वो अकाल तख्त साहब के बिल्कुल नाल ਸਿੰਧੀਆਂ ਦੀ ਸਰਾਂ ਸੀ, ਜਿਹਦੇ ਸੰਤ ਜੀ ਉਸ ਸਰਾਂ 'ਚ ਰਹਿੰਦੇ ਹੁੰਦੇ ਸੀਗੇ। ਅਤੇ ਜਿੱਥੇ ਸੰਤ ਜੀ ਰਹਿੰਦੇ ਸੀਗੇ ਬਿਲਕੁਲ ਐਗਜ਼ੈਕਟ ਪਹਿਲਾ ਤੋਪ ਦਾ ਗੋਲਾ ਉਸੇ ਜਗ੍ਹਾ ਆ ਕੇ ਵੱਜਿਆ। ਕਹਿੰਦਾ ਮੈਨੂੰ ਇੱਕੋ ਹੀ ਜਵਾਬ ਦਿੰਦੇ ਸੀਗੇ, ਇੱਕੋ ਹੀ ਇੱਕ ਅੰਗਰੇਜ਼ੀ ਦਾ ਮੁਹਾਵਰਾ ਸੁਣਾ ਦਿੰਦੇ ਸੀਗੇ ਵੀ ਕਾਲ ਏ ਡੌਗ ਮੈਡ ਦੈਨ ਕਿਲ ਹਿਮ, ਵੀ ਕੁੱਤੇ ਨੂੰ ਪਹਿਲਾਂ ਹਲਕਿਆ ਹੋਇਆ ਸਾਬਤ ਕਰੋ ਫਿਰ ਉਹਨੂੰ ਮਾਰ ਦਿਓ। ਭਿਅੰਕਰ ਅਤੇ ਸਭ ਤੋਂ ਜ਼ਿਆਦਾ ਵੱਡਾ ਜਾਨਲੇਵਾ ਹਮਲਾ ਸਿੰਘਾਂ ਵੱਲੋਂ ਕੀਤਾ ਗਿਆ ਸੀਗਾ। ਅਤੇ ਉੱਥੇ ਇਸ ਤਰ੍ਹਾਂ ਦਾ ਹਮਲਾ ਹੋਇਆ ਕਿ ਉਹਨਾਂ ਦੇ ਉੱਤੇ ਚਾਰੇ ਪਾਸੇ ਤੋਂ ਗੋਲੀ ਚੱਲੀ ਅਤੇ ਉਹ ਉੱਥੇ ਉਹਨਾਂ ਦੀਆਂ ਲੋਥਾਂ ਦਾ ਢੇਰ ਲੱਗ ਗਿਆ। ਆਪਦੇ ਪੈਰਾਂ 'ਤੇ ਨਹੀਂ ਕੋਈ ਵਾਪਸ ਮੁੜ ਸਕਿਆ, ਜਿਹੜਾ ਕੋਈ ਸਰੋਵਰ 'ਚੋਂ ਤਰ ਕੇ ਲੰਘਿਆ ਹੋਊ ਤੋਂ ਲੰਘਿਆ ਹੋਊ। ਤੋ ਜਦੋਂ ਉਹ ਟੈਂਕ ਅੱਗੇ ਨਹੀਂ ਵੱਧ ਸਕੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਬਖਤਰਬੰਦ ਗੱਡੀਆਂ ਲੈ ਕੇ ਆਉਣੀਆਂ, ਜਿਹੜੀਆਂ ਦੂਜੇ ਪਾਸੇ ਤੋਂ ਲੈ ਕੇ ਗਏ ਉਹ ਸੱਜੇ ਪਾਸੇ। ਅਤੇ ਉਹ ਬਖਤਰਬੰਦ ਗੱਡੀਆਂ ਫਿਰ ਉਹਨਾਂ ਨੇ ਜਿਹੜੀ ਦਰਸ਼ਨੀ ਡਿਓੜੀ ਆ ਉਹਦੇ ਨਾਲ ਪਿੱਠ ਲਾ ਕੇ ਜੋੜ ਕੇ ਖੜੀਆਂ ਕੀਤੀਆਂ। 3-4 ਖੈ ਸਨ, ਉਹਨਾਂ ਦੇ ਉੱਤੇ HMG ਗੰਨਾਂ ਸੀਗੀਆਂ, ਹਾਈ ਮਸ਼ੀਨ ਗਨ ਦੇ ਨਾਲ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਫਾਇਰਿੰਗ ਹੋਈ। ਫਿਰ ਗੱਲ ਆਜ਼ਾਦੀ 'ਤੇ ਜਾ, ਇਸੇ ਕਰਕੇ ਉਹ ਕਹਿੰਦੇ ਸੀਗੇ ਕਿ ਜਿਸ ਦਿਨ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਵੇ। ਦੋ ਮਨੁੱਖਾਂ ਦਾ ਗੁੱਸਾ ਹੈ ਜਾਂ ਦੋ ਪਾਰਟੀਆਂ ਦਾ ਗੁੱਸਾ ਹੈ। ਦੋ ਪਾਰਟੀਆਂ ਜਾਂ ਦੋ ਮਨੁੱਖਾਂ ਦੇ ਗੁੱਸੇ ਦੇ ਵਿੱਚ ਕਿਸੇ ਇੱਕ ਦੁਨੀਆ ਦੇ ਬਹੁਤ ਵੱਡੇ ਧਰਮ ਦੇ ਕੇਂਦਰੀ ਸਥਾਨਾਂ ਦੇ ਉੱਤੇ ਹਮਲਾ ਕਰਦਾ, ਇਹ ਗੱਲ ਸਮਝੋ ਬਾਰੀ। ਹੁਣ ਤੁਸੀਂ ਸਿੱਖ ਨੂੰ ਕਿਸੇ ਨੂੰ ਪੁੱਛ ਕੇ ਦੱਸੋ ਵੀ ਇੱਕ ਸੈਸ਼ਨ ਜੱਜ ਵੱਡਾ ਕਿ ਜਥੇਦਾਰ ਅਕਾਲ ਤਖਤ ਵੱਡਾ? ਸਿੱਖ ਤਾਂ ਇਹੀ ਕਹੂਗਾ ਜਥੇਦਾਰ ਅਕਾਲ ਤਖਤ ਵੱਡਾ। ਪਰ ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਇੰਡੀਆ ਅਕਾਲ ਤਖਤ ਨੂੰ ਨਹੀਂ ਮੰਨਦਾ। ਇੰਡੀਆ ਅਕਾਲ ਤਖਤ ਨੂੰ ਕਿਉਂ ਨਹੀਂ ਮੰਨਦਾ? ਕਿਉਂਕਿ ਉਹ ਤੁਹਾਡੀ ਪਛਾਣ ਨੂੰ ਹੀ ਨਹੀਂ ਮੰਨਦਾ। ਇੰਡੀਆ ਦੇ ਕਾਨੂੰਨ ਦੇ ਵਿੱਚ ਤਾਂ ਅੱਜ ਵੀ ਤੁਸੀਂ ਜਿਹੜੀ ਧਾਰਾ 25 ਹੈ ਉਹਦੀ 2B ਗਾਹਾਂ ਅਗਲੀ ਐਕਸਪਲੇਨੇਸ਼ਨ ਹੈ, ਤੁਸੀਂ ਹਿੰਦੂ ਹੀ ਹੈ। ਸੋ ਇਸ ਕਰਕੇ ਇੱਥੇ ਜਦੋਂ ਤੁਹਾਡੀ ਹੋਂਦ ਨਹੀਂ ਮੰਨੀ ਜਾਣੀ ਤਾਂ ਤੁਹਾਨੂੰ ਬਰਾਬਰੀ ਕਿੱਥੋਂ ਮਿਲਣੀ? ਜੇ ਬਰਾਬਰੀ ਨਹੀਂ ਹੈ ਤਾਂ ਨਿਆਂ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ। ਤੋ ਜਦੋਂ ਹਾਈ ਮਸ਼ੀਨ ਗਨ ਦੇ ਨਾਲ ਸਾਰੀ ਫਾਇਰਿੰਗ ਹੋਈ ਅਤੇ ਉਹ ਬਹੁਤ ਵੱਡੀ ਗਨ ਹੁੰਦੀ ਹੈ, ਉਹਦੇ ਨਾਲ ਅਕਾਲ ਤਖਤ ਸਾਹਿਬ ਦੇ ਅੰਦਰ ਧੂੜ ਭਰ ਗਈ ਸੀਗੀ ਬਹੁਤ ਜ਼ਿਆਦਾ ਉਸ ਫਾਇਰਿੰਗ ਦੇ ਨਾਲ। ਉਸ ਤੋਂ ਬਾਅਦ ਤੇ ਸੰਤ ਜੀ ਹੁਣਾਂ ਨੇ ਸ਼ਹਾਦਤ ਦੇਣ ਦਾ ਜਿਹੜਾ ਅਰਦਾਸਾ ਸੋਧਿਆ। ਇਸ ਕਰਕੇ 75-76 ਤੋਂ ਬਾਅਦ ਸਟੇਟ ਨੇ ਇਹ ਮੰਨ ਲਿਆ ਸੀਗਾ ਕਿ ਸਿੱਖਾਂ ਨੂੰ ਕਿਸੇ ਵੱਡੀ ਜੰਗ ਦੇ ਵਿੱਚ ਪਾਇਆ ਇਹਨਾਂ ਦੇ ਉੱਤੇ ਕੋਈ ਵੱਡਾ ਜ਼ਖਮ ਦਿੱਤੇ ਤੋਂ ਬਿਨਾਂ ਇਹ ਕਾਬੂ ਨਹੀਂ ਕੀਤੇ ਜਾ ਸਕਦੇ। ਤੋ ਬਹੁਤ ਸਾਰੇ ਸ਼ਰਧਾਲੂ ਤ੍ਰੇਹ ਦੇ ਨਾਲ, ਭੁੱਖ ਦੇ ਨਾਲ ਚੜ੍ਹਾਈ ਕਰ ਗਏ ਅਤੇ ਕੁਛ ਇੱਕ ਟੁਕੜੀਆਂ ਨੇ ਵੀ ਉਹ ਭੁੱਖੇ ਥਿਆਏ ਜਿਹੜੇ ਨਿਹੱਥੇ ਸ਼ਰਧਾਲੂ ਸੀਗੇ ਉਹਨਾਂ ਦੇ ਉੱਤੇ ਵੀ ਗੋਲੀਬਾਰੀ ਕੀਤੀ। ਪੁਆਇੰਟ ਬਲੈਂਕ ਰੇਂਜ ਤੋਂ ਮਤਲਬ ਸਿਰ 'ਚ ਰੱਖ ਕੇ ਗੋਲੀਆਂ ਮਾਰ ਦਿੱਤੀਆਂ। ਜਿਸ ਤਰ੍ਹਾਂ ਆਪਣੇ ਨਾਲ ਹੋ ਰਿਹਾ ਕਿ ਅੱਜ ਵੀ ਕਾਨੂੰਨਨ ਤੌਰ ਦੇ ਉੱਤੇ ਤੁਸੀਂ ਸਿੱਖ ਨਹੀਂ ਹੋ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੂਨ 1984 ਦੇ ਘੱਲੂਘਾਰੇ ਦੀ 38ਵੀਂ ਯਾਦ ਦੇ ਵਿੱਚ ਅੱਜ ਆਪਾਂ ਆਪਣੇ ਉਹਨਾਂ ਸੂਰਵੀਰ ਯੋਧਿਆਂ ਨੂੰ, ਸ਼ਹੀਦਾਂ ਨੂੰ ਯਾਦ ਕਰਨ ਦੇ ਲਈ ਇੱਥੇ ਮਹਾਰਾਜ ਦੇ ਚਰਨਾਂ ਦੇ ਵਿੱਚ ਇਕੱਤਰ ਹੋਏ। ਅੱਜ 4 ਜੂਨ ਦਾ ਦਿਨ ਹੈ। 1984 ਦੇ ਵਿੱਚ ਬੇਸ਼ੱਕ ਜਿਹੜਾ ਇਹ ਹਮਲਾ ਹੈ ਉਹ ਲਗਭਗ 1 ਜੂਨ ਤੋਂ ਸ਼ੁਰੂ ਹੋਇਆ ਸੀਗਾ,
1 ਜੂਨ ਦੇ ਦਿਨ CRPF ਔਰ BSF ਦੀਆਂ ਜਿਹੜੀਆਂ ਪਹਿਲਾਂ ਤੋਂ ਹੀ ਤਾਇਨਾਤ ਉੱਥੇ ਟੁਕੜੀਆਂ ਸੀਗੀਆਂ ਰਿਜ਼ਰਵ ਪੁਲਿਸ ਦੀਆਂ, ਉਹਨਾਂ ਨੇ 1 ਤਰੀਕ ਨੂੰ ਕੋਈ 8 ਘੰਟੇ ਦੇ ਕਰੀਬ ਦਰਬਾਰ ਸਾਹਿਬ ਪਰਿਕਰਮਾ ਦੇ ਵਿੱਚ ਗੋਲੀਬਾਰੀ ਕੀਤੀ। ਔਰ ਉਸ ਤੋਂ ਬਾਅਦ ਅਗਲਾ ਦਿਨ 2 ਤਰੀਕ, 1 ਤਰੀਕ ਤੋਂ ਹੀ ਕਰਫਿਊ ਲੱਗ ਗਿਆ ਸੀਗਾ, 2 ਤਰੀਕ ਦਾ ਦਿਨ ਬਿਨਾਂ ਗੋਲੀਬਾਰੀ ਤੋਂ ਲੰਘਿਆ। ਔਰ 3 ਤਰੀਕ ਨੂੰ ਸਾਰੇ ਪੰਜਾਬ ਦੇ ਵਿੱਚ ਜਿਹੜੀ ਉਹ ਇੰਡੀਆ ਦੀ ਆਰਮੀ ਹੈ, ਫੌਜ ਹੈ, ਉਹਦਾ ਸਾਰਾ ਕਬਜ਼ਾ ਸਾਰੇ ਪੰਜਾਬ ਦੇ ਉੱਤੇ ਹੋ ਗਿਆ। ਔਰ ਦਰਬਾਰ ਸਾਹਿਬ ਦੇ ਆਸ-ਪਾਸ ਵੀ ਜਿਹੜੇ ਉੱਚੇ ਘਰਾਂ ਦੇ ਉੱਤੇ ਮੋਰਚੇ ਕਾਫੀ ਮਹੀਨੇ ਪਹਿਲਾਂ ਤੋਂ ਹੀ CRPF ਦੇ ਕੋਲ ਸੀਗੇ, ਉੱਥੇ ਵੀ ਫੌਜ ਆ ਗਈ। ਤੋ ਜੋ ਇੰਡੀਅਨ ਆਰਮੀ ਦੀ ਮਨਸ਼ਾ ਸੀਗੀ, ਜਿਸ ਤਰ੍ਹਾਂ ਦੀ ਦਿੱਲੀ ਦਰਬਾਰ ਦੇ ਜਿਹੜੇ ਵੱਡੇ ਸਿਵਲ ਦੇ ਆਫੀਸਰ ਸੀਗੇ, ਜਿਨ੍ਹਾਂ ਨਾਲ ਮਿਲ ਕੇ ਜਿਨ੍ਹਾਂ ਨੇ ਟਾਰਗੇਟ ਦਿੱਤਾ ਸੀਗਾ ਇੰਡੀਅਨ ਆਰਮੀ ਨੂੰ, ਜਿਹਦੇ ਵਿੱਚ ਉਸ ਵਕਤ ਦੇ ਜਿਹੜੇ ਰॉ ਦੇ ਚੀਫ ਸੀਗੇ KN ਰਾਓ, ਜਾਂ ਕੈਬਨਿਟ ਸੈਕਟਰੀ ਸੀਗੇ ਉਸ ਵਕਤ ਦੇ, ਜਾਂ ਇੰਦਰਾ ਗਾਂਧੀ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਸੀਗੀ, ਇਹ ਕਹਿ ਲਓ, ਉਹਨਾਂ ਨੇ ਜੋ ਆਰਮੀ ਨੂੰ ਟਾਰਗੇਟ ਦਿੱਤਾ ਸੀਗਾ, ਉਸ ਟਾਰਗੇਟ ਦੇ ਅਨੁਸਾਰ ਇੰਡੀਆ ਦੀ ਫੌਜ ਨੇ 3 ਤਰੀਕ ਨੂੰ ਰਾਤ ਨੂੰ 10 ਵਜੇ ਤੋਂ ਬਾਅਦ, 10:30 ਵਜੇ ਤੋਂ ਬਾਅਦ, ਜਦੋਂ ਦਰਬਾਰ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੁੱਖ ਆਸਣ ਹੋ ਜਾਂਦਾ, ਉਸ ਤੋਂ ਬਾਅਦ ਉਹਨਾਂ ਦੀ ਹਮਲਾ ਕਰਨ ਦੀ ਯੋਜਨਾ ਸੀਗੀ। ਔਰ ਸਵੇਰੇ 3 ਵਜੇ ਜਦੋਂ ਆਸਾ ਦੀ ਵਾਰ ਦਾ ਕੀਰਤਨ ਉੱਥੇ ਸ਼ੁਰੂ ਹੁੰਦਾ, ਕਿਵਾੜ ਖੁੱਲ੍ਹਦੇ, ਉਸ ਵਕਤ ਤੱਕ ਉਹਨਾਂ ਅਨੁਸਾਰ ਇਹ ਸੀਗੀ ਯੋਜਨਾ ਕਿ 10, 10:30 ਤੋਂ ਲੈ ਕੇ 2:30 ਵਜੇ ਤੱਕ ਜਿਹੜੇ 4 ਘੰਟੇ ਬਣਦੇ ਆ, ਇਹਨਾਂ 4 ਘੰਟਿਆਂ ਦੇ ਵਿੱਚ 2 ਘੰਟੇ ਦੇ ਵਿੱਚ ਉਹਨਾਂ ਨੂੰ ਲੱਗਦਾ ਸੀਗਾ ਕਿ ਅਸੀਂ ਸੰਤ ਜਰਨੈਲ ਸਿੰਘ ਅਤੇ ਉਹਨਾਂ ਦੇ ਨਾਲ ਜਿੰਨੇ ਹੋਰ ਖਾੜਕੂ ਸਿੰਘ ਉੱਥੇ 150, 200 ਜਿਹੜਾ ਲੜਨ ਵਾਲਾ, ਉਹਨਾਂ ਸਾਰਿਆਂ ਨੂੰ ਉਹਨਾਂ ਦੇ ਹੱਥ ਖੜ੍ਹੇ ਕਰਾ ਲਾਂਗੇ। ਅਤੇ ਇਹ ਸਾਰੀ ਕਾਰਵਾਈ ਦੇ ਵਿੱਚ ਜੇ ਕੋਈ ਥੋੜ੍ਹੀ ਬਹੁਤ ਗੋਲੀਬਾਰੀ 'ਚ ਹੋਏਗੀ, ਉਹਦੇ ਜੋ ਥੋੜ੍ਹੇ ਬਹੁਤ ਨਿਸ਼ਾਨ ਹੋਣਗੇ, ਉਹ 2 ਘੰਟੇ ਦੇ ਵਿੱਚ ਆਪਾਂ ਸਹੀ ਕਰ ਦਿਆਂਗੇ, ਤਾਂ ਕਿ ਸਵੇਰ ਵੇਲੇ ਦਾ ਜਿਹੜਾ ਉੱਥੋਂ ਦਾ ਨਿੱਤ ਦਾ ਕਾਰਜ ਹੈ, ਉਹਦੇ ਵਿੱਚ ਕੋਈ ਫਰਕ ਨਾ ਪਵੇ, ਜਿਸ ਤਰ੍ਹਾਂ ਉਹਨਾਂ ਦੀ ਯੋਜਨਾ ਸੀ। ਪਰ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਐਸੀ ਉੱਥੇ ਕਲਾ ਵਰਤੀ ਕਿ ਜਿਹੜੀ ਫੌਜ ਦੀਆਂ ਟੁਕੜੀਆਂ ਨੇ ਉੱਥੇ 10:30 ਵਜੇ ਆ ਕੇ ਹਮਲਾ ਕਰਨਾ ਸੀਗਾ, ਉਹ ਜਦੋਂ ਜਿਹੜਾ ਬਰਾੜ ਸੀਗਾ ਬ੍ਰਿਗੇਡੀਅਰ, ਜਿਹਨੇ ਤੋਰੀਆਂ ਉਹ ਟੁਕੜੀਆਂ, ਆਪਦਾ ਇੱਕ ਭਾਸ਼ਣ ਦੇ ਕੇ ਉਹ ਅੰਮ੍ਰਿਤਸਰ ਸ਼ਹਿਰ ਦੀਆਂ ਗਲੀਆਂ ਦੇ ਵਿੱਚ ਹੀ ਐਸੀਆਂ ਗਵਾਚੀਆਂ ਕਿ ਉਹ ਤੜਕੇ ਤੱਕ ਆਪੋ ਆਪ ਜੋ ਉਹਨਾਂ ਦੀਆਂ ਨਿਯਤ ਪੋਜੀਸ਼ਨਾਂ ਸੀਗੀਆਂ, ਜਿੱਥੋਂ ਉਹਨਾਂ ਨੇ ਦਰਬਾਰ ਸਾਹਿਬ ਦੇ ਉੱਤੇ ਹਮਲਾ ਕਰਨ ਦੇ ਲਈ ਦਾਖਲ ਹੋਣਾ ਸੀਗਾ, ਉਹ ਪਹੁੰਚ ਹੀ ਨਹੀਂ ਸਕੀਆਂ। ਤੋ ਉਹਨਾਂ ਨੂੰ ਦੂਸਰੀ ਕੁਮਕ ਜਿਹੜੀ ਉਹਨਾਂ ਨੇ ਰਿਜ਼ਰਵ 'ਚ ਰੱਖੀ ਹੋਈ ਸੀਗੀ, ਇਸ ਕਰਕੇ ਉਹ ਭੇਜਣੀ ਪਈ। ਅਤੇ ਇੱਕ ਪਾਸੇ ਆਟਾ ਮੰਡੀ ਵਾਲੇ ਪਾਸੇ ਤਾਂ ਉਹਨਾਂ ਦੀਆਂ ਆਪਦੀਆਂ ਹੀ ਫੌਜਾਂ ਦੇ ਵਿੱਚ ਵੀ ਲੜਾਈ ਹੋ ਗਈ, ਗੋਲੀਬਾਰੀ ਚੱਲ ਗਈ। ਤੋ ਮਹਾਰਾਜ ਦੀ ਐਸੀ ਕਲਾ ਹੋਈ ਕਿ ਉਹ ਰਾਤ ਦਾ ਜਿੰਨਾ ਹਨੇਰੇ ਦਾ ਸਮਾਂ ਸੀਗਾ, ਕਿਉਂਕਿ ਫੌਜ ਆਪਦੀ ਬਹੁਤੀ ਕਾਰਵਾਈ ਹਨੇਰੇ 'ਚ ਕਰਦੀ ਹੈ, ਕਿਉਂਕਿ ਉਹਨਾਂ ਕੋਲ ਹਨੇਰੇ ਵਿੱਚ ਦੇਖਣ ਦੇ ਕਰਨ ਦੇ ਬੜੇ ਸਾਧਨ ਹੈ ਅਤੇ ਬੜੀ ਉਹਨਾਂ ਨੂੰ ਸਿਖਲਾਈ ਹੁੰਦੀ, ਆਮ ਬੰਦਿਆਂ ਨੂੰ ਉਸ ਤਰ੍ਹਾਂ ਨਹੀਂ ਹੁੰਦੀ। ਪਰ ਉਹ ਜਿੰਨਾ ਟਾਈਮ ਅੰਧੇਰਾ ਸੀਗਾ, ਉਹਨਾਂ ਟਾਈਮ ਤੱਕ ਫੌਜ ਦਰਬਾਰ ਸਾਹਿਬ ਦੇ ਆਲੇ ਦੁਆਲੇ ਘੇਰਾ ਪਾ ਕੇ ਆਪਣੀਆਂ ਪੋਜੀਸ਼ਨਾਂ ਹੀ ਨਹੀਂ ਲੈ ਸਕੀ। ਅਤੇ ਜਦੋਂ ਉਹਨਾਂ ਨੇ ਪੋਜੀਸ਼ਨਾਂ ਲਈਆਂ, ਉਸ ਵਕਤ ਪੌ ਫੁੱਟ ਪਈ ਸੀ। ਤੋ ਇਸ ਕਰਕੇ ਜਿਹੜਾ ਸਭ ਤੋਂ ਪਹਿਲਾ ਗੋਲਾ ਦਰਬਾਰ ਸਾਹਿਬ ਦੇ ਉੱਤੇ ਦਾਗਿਆ ਗਿਆ, ਉਹ 4 ਤਰੀਕ ਨੂੰ ਹੀ ਸਵੇਰੇ 4:35 ਦੇ ਉੱਤੇ ਦਾਗਿਆ ਉਹਨਾਂ ਨੂੰ, ਜਿਸ ਵਕਤ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਆਸਾ ਦੀ ਵਾਰ ਦਾ ਕੀਰਤਨ ਆਰੰਭ ਹੋਣ ਲੱਗਾ ਸੀਗਾ, ਜਿਸ ਵਕਤ ਉਹ ਪਹਿਲਾ ਗੋਲਾ ਵੱਜਾ। ਅਤੇ ਗੋਲਾ ਵੱਜਾ ਵੀ ਉੱਥੇ ਜਿੱਥੇ
ਅਕਾਲ ਤਖਤ ਸਾਹਿਬ ਦੇ ਜਦੋਂ ਹੁਣ ਆਪਾਂ ਬਾਹਰ ਨਿਕਲੀਏ ਜਿਸ ਪਾਸੇ ਨੂੰ, ਬਿਲਕੁਲ ਪਹਿਲਾਂ ਉਸ ਪਾਸੇ ਬਿਲਕੁਲ ਨਾਲ ਤੱਕ ਇੱਕ ਸਰਾਂ ਹੁੰਦੀ ਸੀਗੀ, ਉਹਨੂੰ ਸਿੰਧੀ ਧਰਮਸ਼ਾਲਾ ਜਾਂ ਸਿੰਧੀਆਂ ਦੀ ਸਰਾਂ ਕਹਿੰਦੇ ਸੀਗੇ। ਪਹਿਲਾਂ ਅਕਾਲ ਤਖਤ ਸਾਹਿਬ ਦੀਆਂ ਦੀਵਾਰਾਂ ਦੇ ਬਿਲਕੁਲ ਨਾਲ ਤੱਕ ਇਮਾਰਤਾਂ ਬਣੀਆਂ ਹੋਈਆਂ ਸੀਗੀਆਂ। ਤਾਂ ਉਸ ਸਰਾਂ ਦੇ ਕਮਰਿਆਂ ਦੇ ਵਿੱਚ ਸੰਤ ਜੀ ਰਹਿੰਦੇ ਹੁੰਦੇ ਸੀ। ਜਿਹੜਾ ਆਪਾਂ ਕਹਿੰਦੇ ਨਾ ਵੀ ਸੰਤ ਜੀ ਗੁਰੂ ਨਾਨਕ ਨਿਵਾਸ ਤੋਂ ਬਾਅਦ ਅਕਾਲ ਤਖਤ ਸਾਹਿਬ 'ਤੇ ਚਲੇ ਗਏ ਸੀਗੇ। ਅਕਾਲ ਤਖਤ ਸਾਹਿਬ 'ਤੇ ਤਾਂ ਕੋਈ ਰਹਿਣ ਦੀ ਜਗ੍ਹਾ ਨਹੀਂ ਸੀਗੀ, ਰਿਹਾਇਸ਼ੀ ਜਗ੍ਹਾ ਤਾਂ ਹੈ ਨਹੀਂ ਉੱਥੇ ਕੋਈ। ਉਹ ਅਕਾਲ ਤਖਤ ਸਾਹਿਬ ਦੇ ਬਿਲਕੁਲ ਨਾਲ ਸਿੰਧੀਆਂ ਦੀ ਸਰਾਂ ਸੀਗੀ, ਜਿਹਦੇ ਸੰਤ ਜੀ ਉਸ ਸਰਾਂ 'ਚ ਰਹਿੰਦੇ ਹੁੰਦੇ ਸੀਗੇ। ਅਤੇ ਜਿੱਥੇ ਸੰਤ ਜੀ ਰਹਿੰਦੇ ਸੀਗੇ ਬਿਲਕੁਲ ਐਗਜ਼ੈਕਟ ਪਹਿਲਾ ਤੋਪ ਦਾ ਗੋਲਾ ਉਸੀ ਜਗ੍ਹਾ ਆ ਕੇ ਵੱਜਾ, ਉਸ ਸਰਾਂ 'ਚ ਹੀ ਵੱਜਾ ਸੀਗਾ ਪਹਿਲਾ ਗੋਲਾ। ਸੰਤ ਜੀ ਵਿੱਚ ਨਹੀਂ ਸੀਗੇ ਉੱਥੇ। ਫਿਰ ਉਸ ਤੋਂ ਬਾਅਦ ਹਮਲਾ ਸ਼ੁਰੂ ਹੋ ਗਿਆ ਔਰ ਸਭ ਤੋਂ ਪਹਿਲਾਂ ਅਕਾਲ ਰੈਸਟ ਹਾਊਸ ਸੀਗਾ, ਜਿਹਦੇ ਉੱਤੇ ਇੱਕ ਮੋਰਚਾ ਸੀਗਾ। ਉਸ ਮੋਰਚੇ ਦੇ ਵਿੱਚ ਉਸ ਤੋਂ ਬਾਅਦ ਹੀ ਨਾਲ ਇੱਕ ਟੈਂਕੀ ਵਾਲਾ ਮੋਰਚਾ ਸੀਗਾ। ਉਹ ਦੋਨੋਂ ਹੀ ਮੋਰਚੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੋਲ ਸੀਗੇ। ਤੋ ਅਕਾਲ ਰੈਸਟ ਹਾਊਸ ਵਾਲੇ ਮੋਰਚੇ 'ਚ ਤਾਂ ਕੋਈ ਜਵਾਬੀ ਕਾਰਵਾਈ ਹੋਈ ਨਹੀਂ। ਉਹ ਤਾਂ ਸਾਰੇ ਦੇ ਸਾਰੇ ਹਥਿਆਰ ਰੱਖ ਕੇ ਅਤੇ ਉਹ ਜਿੰਨੇ ਲੀਡਰ ਸਾਹਿਬਾਨ ਸੀਗੇ ਫੈਡਰੇਸ਼ਨ ਦੇ, ਉਹ ਤੇਜਾ ਸਿੰਘ ਸਮੁੰਦਰੀ ਹਾਲ ਚਲੇ ਗਏ। ਅਤੇ ਜਿਹੜਾ ਟੈਂਕੀ ਵਾਲਾ ਮੋਰਚਾ ਸੀਗਾ ਉੱਥੇ ਬੀਬੀ ਅਪਕਾਰ ਕੌਰ ਜੀ ਸੀਗੇ, ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਜਿਹੜਾ ਬੀਬੀਆਂ ਦਾ ਵਿੰਗ ਸੀਗਾ ਉਹਦੇ ਉਹ ਮੁਖੀ ਸੀ। ਉਸ ਵਕਤ ਉਹ ਖਾਲਸਾ ਕਾਲਜ ਅੰਮ੍ਰਿਤਸਰ ਦੇ ਵਿੱਚ ਪੜ੍ਹਦੇ ਸੀਗੇ। ਉਹਨਾਂ ਦੇ ਨਾਲ ਹੀ ਇੱਕ ਹੋਰ ਬੀਬੀ ਭੈਣ ਸੀਗੀ ਪਰਮਜੀਤ ਕੌਰ, ਅਤੇ ਬਾਕੀ ਉਹਨਾਂ ਦੇ ਨਾਲ 5, 6, 7 ਸਿੰਘ ਸੀਗੇ। ਤਾਂ ਸਭ ਤੋਂ ਪਹਿਲਾਂ ਜਿਹੜੀ ਗਹਿਗੱਚ ਲੜਾਈ ਹੋਈ ਉਸ ਮੋਰਚੇ ਤੋਂ ਹੀ ਹੋਈ। ਅਤੇ ਇੰਡੀਅਨ ਆਰਮੀ ਆਪਣੀਆਂ ਬੰਦੂਕਾਂ ਦੇ ਨਾਲ ਛੋਟੀਆਂ ਵੱਡੀਆਂ ਸਾਰੀਆਂ ਵਰਤੀਆਂ, ਉਹਨਾਂ ਦੇ ਨਾਲ ਉਹ ਮੋਰਚੇ ਨੂੰ ਤੋੜ ਨਹੀਂ ਸਕੇ ਸੀਗੇ। ਫਿਰ ਉਹਨਾਂ ਨੇ ਉੱਤੇ ਮਾਰਟਰ ਸ਼ੈਲਿੰਗ ਕੀਤੀ, ਜਿਹਦੇ ਨਾਲ ਉਹ ਟੈਂਕੀ ਟੁੱਟੀ। ਤੋ ਉਸ ਤੋਂ ਬਾਅਦ ਫਿਰ ਲੰਗਰ ਹਾਲ ਵਾਲਾ ਮੋਰਚਾ ਸੀਗਾ, ਜਿੱਥੇ ਭਾਈ ਅਮਰੀਕ ਸਿੰਘ, ਬਾਬਾ ਠਾਰਾ ਸਿੰਘ ਹੁਣੀ ਸੀਗੇ। ਅੱਜ ਦੀ ਰਾਤ ਉਸ ਲੰਗਰ ਹਾਲ ਵਾਲੇ ਮੋਰਚੇ 'ਤੇ ਹੀ ਸ਼ਾਮ ਨੂੰ ਟੈਂਕੀ ਟੁੱਟੀ ਸੀਗੀ 4 ਤਰੀਕ ਨੂੰ। ਅਤੇ 4 ਤਰੀਕ ਦੀ ਰਾਤ ਉਸ ਲੰਗਰ ਵਾਲਾ ਜਿਹੜਾ ਮੋਰਚਾ ਸੀਗਾ ਉਹ ਬੜਾ ਭਾਰੀ ਮੋਰਚਾ ਸੀਗਾ, ਉਹਦੇ 'ਤੇ ਹੀ ਲੜਾਈ ਹੁੰਦੀ ਰਹੀ। ਤੋ ਹੌਲੀ ਹੌਲੀ ਇਹ ਮੋਰਚਾ ਟੁੱਟਿਆ। ਉਸ ਤੋਂ ਬਾਅਦ ਉਹਨਾਂ ਨੇ ਰਾਤ ਨੂੰ ਆਪਣੇ ਕਮਾਂਡੋ ਅੰਦਰ ਭੇਜੇ, ਜਿਹੜੇ ਸਾਰੇ ਦੇ ਸਾਰੇ ਕਮਾਂਡੋ ਸਿਖਲਾਈ ਯਾਫਤਾ ਸੀਗੇ, ਜਿਹੜੇ ਚਕਰਾਤਾ ਦੀਆਂ ਪਹਾੜੀਆਂ ਦੇ ਵਿੱਚ ਜਿਨ੍ਹਾਂ ਨੂੰ ਇੱਕ ਮਾਡਲ ਬਣਾ ਕੇ ਸਿਖਾਇਆ ਗਿਆ ਸੀਗਾ। ਇਹ ਬਹੁਤ ਸਾਰੀ ਡਿਟੇਲ ਆ ਚੁੱਕੀ, ਫੌਜ ਦੇ ਆਪਦੇ ਜਨਰਲ ਮੰਨ ਚੁੱਕੇ ਕਿ ਉਹ ਟ੍ਰੇਨਡ ਕਮਾਂਡੋ ਸੀਗੇ। ਪਰ ਉਹ ਵੀ ਜਿਸ ਤਰੀਕੇ ਦੇ ਨਾਲ ਜਨਰਲ ਸਵੇਗ ਸਿੰਘ ਹੋਣਾ ਨੇ ਸਾਰੀ ਫੌਜੀ ਤਿਆਰੀ ਕੀਤੀ ਹੋਈ ਸੀਗੀ, ਉਹ ਸਾਰੇ ਸਿੱਖਿਆ ਯਾਫਤਾ ਉਹਨਾਂ ਦੇ ਸਭ ਤੋਂ ਬਿਹਤਰੀਨ ਕਮਾਂਡੋ ਵੀ ਜਿਹੜਾ ਹੁਣ ਘੰਟਾ ਘਰ ਵਾਲਾ ਦਰਵਾਜ਼ਾ ਹੈ ਉਸ ਪਾਸਿਓਂ ਉਹ ਐਂਟਰ ਕੀਤੇ ਸੀਗੇ। ਅਤੇ ਉਹ ਬਾਬਾ ਬੁੱਢਾ ਜੀ ਵਾਲਾ ਜਿਹੜਾ ਬੇਰ ਹੈ ਉਦੋਂ ਟੱਪ ਨਹੀਂ ਸਕਿਆ ਕੋਈ ਵੀ ਉਹਨਾਂ 'ਚੋਂ। ਤੋ ਸਾਰੇ ਦੇ ਸਾਰੇ ਉੱਥੇ ਸਾਰੇ ਸੋਧੇ ਗਏ। ਫਿਰ ਉਸ ਤੋਂ ਬਾਅਦ ਇਹ ਹੋਇਆ ਕਿ ਜਦੋਂ ਸਾਰੇ ਮੋਰਚੇ ਪਿਛਲੇ ਟੁੱਟੇ ਤਾਂ 5 ਤਰੀਕ ਦੀ ਰਾਤ ਨੂੰ ਪਹਿਲਾਂ ਸਾਰੇ ਪਾਸੇ ਤੋਂ ਉਹਨਾਂ ਨੇ ਫੌਜ ਭੇਜੀ, ਅਤੇ ਜਿਹੜੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਅਖਾੜਾ ਹੈ, ਜਿਹੜੀ ਖੁੱਲ੍ਹੀ ਜਗ੍ਹਾ ਨੂੰ ਅਖਾੜਾ ਕਹਿੰਦੇ, ਉਸ ਅਖਾੜੇ ਦੇ ਵਿੱਚ ਦੋਨੋਂ ਪਾਸੇ ਤੋਂ ਇਕੱਠੀ ਹੋਈ। ਅਤੇ ਉਸ ਫੌਜ ਦੇ ਉੱਤੇ ਹੀ ਸਭ ਤੋਂ ਜ਼ਿਆਦਾ ਭਿਅੰਕਰ ਅਤੇ ਸਭ ਤੋਂ ਜ਼ਿਆਦਾ ਵੱਡਾ ਜਾਨਲੇਵਾ ਹਮਲਾ ਸਿੰਘਾਂ ਵੱਲੋਂ ਕੀਤਾ ਗਿਆ ਸੀਗਾ। ਅਤੇ ਉੱਥੇ ਇਸ ਤਰ੍ਹਾਂ ਦਾ ਹਮਲਾ ਹੋਇਆ ਕਿ ਉਹਨਾਂ ਦੇ ਉੱਤੇ ਚਾਰੇ ਪਾਸੇ ਤੋਂ ਗੋਲੀ ਚੱਲੀ, ਅਤੇ ਉਹ ਉੱਥੇ ਉਹਨਾਂ ਦੀਆਂ ਲੋਥਾਂ ਦਾ ਢੇਰ ਲੱਗ ਗਿਆ। ਆਪਦੇ ਪੈਰਾਂ 'ਤੇ ਨਹੀਂ ਕੋਈ ਵਾਪਸ ਮੁੜ ਸਕਿਆ, ਜਿਹੜਾ ਕੋਈ ਸਰੋਵਰ 'ਚੋਂ ਤਰ ਕੇ ਲੰਘਿਆ ਹੋਊ ਤੋਂ ਲੰਘਿਆ ਹੋਊ। ਇਹ 5 ਤਰੀਕ ਰਾਤ ਦੀ ਗੱਲ ਹੈ। ਫਿਰ ਉਸ ਤੋਂ ਬਾਅਦ ਉਹ ਆਪਦੇ ਟੈਂਕ ਲੈ ਕੇ ਆਏ। ਟੈਂਕ ਜਦੋਂ ਨਹੀਂ, ਜਿੱਥੇ ਆਪਾਂ ਜਾਈਏ, ਜਿਹੜਾ ਇੱਕ ਰਸਤਾ ਹੈ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਨੂੰ, ਉੱਥੇ ਕੋਈ ਵੱਡਾ ਬਾਰ ਨਹੀਂ ਬਣਿਆ ਹੋਇਆ। ਜਿਹੜਾ ਵੱਡਾ ਦਰਵਾਜ਼ਾ ਹੈ ਉਹ ਤਾਂ ਬਣਿਆ ਹੋਇਆ ਜੇ ਆਪਾਂ ਗੁਰੂ ਰਾਮਦਾਸ ਲੰਗਰ ਦੇ ਅੱਗੋਂ ਲੰਘੀਏ। ਇੱਕ ਉਦੋਂ ਪਰੇ ਵੀ ਐਂਟਰੀ ਹੈਗੀ ਆ, ਜਿਹੜੀ ਮੰਜੀ ਸਾਹਿਬ ਦੀਵਾਨ ਹਾਲ ਦੇ ਸਾਹਮਣੇ ਆ, ਉੱਥੋਂ ਟੈਂਕ ਬਾੜੇ ਸੀਗੇ ਉਹਨਾਂ ਨੇ। ਅਤੇ ਉਹ ਟੈਂਕ ਬਾੜ ਕੇ ਖੱਬੇ ਪਾਸੇ ਨੂੰ ਲਿਜਾ ਕੇ ਜਿੱਥੇ ਬਾਬਾ ਦੀਪ ਸਿੰਘ ਹੋਣਾ ਵਾਲੀ ਸਮਾਧ ਹੈ ਉੱਥੇ ਤੱਕ ਗਏ। ਉੱਥੇ ਜਾ ਕੇ ਟੈਂਕਾਂ ਦੇ ਉੱਤੇ ਇੱਕੋ ਰਾਕਟ ਲਾਂਚਰ ਸੀਗਾ, ਜਿਸ ਰਾਕਟ ਲਾਂਚਰ ਰਾਹੀਂ ਕਾਰ ਸੇਵਾ ਵਾਲੇ ਜਿਹੜੇ ਸਿੰਘ ਸੀਗੇ ਹਜ਼ੂਰ ਸਾਹਿਬ ਤੋਂ ਆਏ ਹੋਏ,
ਉਹਨਾਂ ਨੂੰ ਥੋੜ੍ਹੀ ਬਹੁਤ ਸਿਖਲਾਈ ਦਿੱਤੀ ਹੋਊਗੀ ਜਨਰਲ ਸਾਹਿਬ ਨੇ, ਜਾਂ ਜਨਰਲ ਸਾਹਿਬ ਨੇ ਆਪ ਚਲਾਏ ਹੋਣਗੇ। ਉਹ ਟੈਂਕ ਉੱਥੋਂ ਰਾਕਟ ਲਾਂਚਰਾਂ ਦੇ ਨਾਲ ਉਹਨਾਂ ਦੀਆਂ ਚੇਨ ਤੋੜ ਦਿੱਤੀ ਸੀਗੀ, ਅਤੇ ਫਿਰ ਉੱਥੋਂ ਹੀ ਖੜ੍ਹ ਕੇ ਉਹਨਾਂ ਨੇ ਉਸ ਟੈਂਕ ਦੇ ਨਾਲ, ਜਿਹਦੇ ਉੱਤੇ ਇੱਕ ਵੱਡੀ ਤੋਪ ਲੱਗੀ ਹੁੰਦੀ ਆ 130 mm ਦੀ, ਉਹਦੇ ਨਾਲ ਗੋਲੇ ਮਾਰੇ। ਅਤੇ ਜਿਹੜੇ ਗੋਲਿਆਂ ਕਰਕੇ ਹੀ ਦਰਸ਼ਨੀ ਡਿਓਢੀ ਦਾ ਜਿਹੜਾ ਖੱਬਾ ਪਾਸਾ ਲਾਚੀ ਬੇਰੀ ਵਾਲਾ ਪਾਸਾ, ਉਹਦੇ ਵਿੱਚ ਵੱਜੇ ਪਹਿਲਾਂ ਜਾ ਕੇ ਉਹ ਗੋਲੇ, ਜਦੋਂ ਤੋਸ਼ਾਖਾਨਾ ਤਬਾਹ ਹੋ ਗਿਆ। ਤੋ ਜਦੋਂ ਉਹ ਟੈਂਕ ਅੱਗੇ ਨਹੀਂ ਵੱਧ ਸਕੇ, ਫਿਰ ਉਸ ਤੋਂ ਬਾਅਦ ਉਹਨਾਂ ਨੇ ਬਖਤਰਬੰਦ ਗੱਡੀਆਂ ਲੈ ਕੇ ਆਉਣੀਆਂ, ਜਿਹੜੀਆਂ ਦੂਜੇ ਪਾਸੇ ਤੋਂ ਲੈ ਕੇ ਗਏ ਉਹ ਸੱਜੇ ਪਾਸੇ ਤੋਂ। ਅਤੇ ਉਹ ਬਖਤਰਬੰਦ ਗੱਡੀਆਂ ਫਿਰ ਉਹਨਾਂ ਨੇ ਜਿਹੜੀ ਦਰਸ਼ਨੀ ਡਿਓਢੀ ਆ ਉਹਦੇ ਨਾਲ ਪਿੱਟ ਲਾ ਕੇ ਜੋੜ ਕੇ ਖੜੀਆਂ ਕੀਤੀਆਂ। 3-4 ਖੈ ਸਨ, ਉਹਨਾਂ ਦੇ ਉੱਤੇ HMG ਗੰਨਾਂ ਸੀਗੀਆਂ, ਹਾਈ ਮਸ਼ੀਨ ਗਨ। ਹਾਈ ਮਸ਼ੀਨ ਗਨ ਦੇ ਨਾਲ ਫਿਰ ਅਕਾਲ ਤਖਤ ਸਾਹਿਬ ਦੇ ਉੱਤੇ ਫਾਇਰਿੰਗ ਹੋਈ। ਇਹ 5 ਤਰੀਕ ਨੂੰ ਤੜਕੇ ਦੀ ਗੱਲ ਹੈ, 6 ਤਰੀਕ ਦੇ ਤੜਕੇ ਦੀ ਗੱਲ ਹੈ। ਤੋ ਜਦੋਂ ਹਾਈ ਮਸ਼ੀਨ ਗਨ ਦੇ ਨਾਲ ਸਾਰੀ ਫਾਇਰਿੰਗ ਹੋਈ, ਅਤੇ ਉਹ ਬਹੁਤ ਵੱਡੀ ਗਨ ਹੁੰਦੀ ਆ, ਉਹਦੇ ਨਾਲ ਅਕਾਲ ਤਖਤ ਸਾਹਿਬ ਦੇ ਅੰਦਰ ਧੂੜ ਭਰ ਗਈ ਸੀਗੀ ਬਹੁਤ ਜ਼ਿਆਦਾ ਉਸ ਫਾਇਰਿੰਗ ਦੇ ਨਾਲ। ਉਸ ਤੋਂ ਬਾਅਦ ਫਿਰ ਸੰਤ ਜੀ ਹੋਣਾ ਨੇ ਸ਼ਹਾਦਤ ਦੇਣ ਦਾ ਜਿਹੜਾ ਅਰਦਾਸਾ ਸੋਧਿਆ। ਇਹ 6 ਤਰੀਕ ਦੀ ਸਵੇਰੇ 9 ਵਜੇ ਦੇ ਆਸ-ਪਾਸ ਦੀ ਇਹ ਗੱਲ ਹੈਗੀ, ਜਦੋਂ ਉਹਨਾਂ ਨੇ ਅਰਦਾਸਾ ਸੋਧ ਕੇ ਜਿਹੜਾ ਅਕਾਲ ਤਖਤ ਸਾਹਿਬ ਦਾ ਥੱਲੇ ਵਾਲਾ ਭੋਰਾ ਹੈ, ਜਿੱਥੇ ਅਕਾਲ ਤਖਤ ਸਾਹਿਬ ਦੇ ਉੱਤੇ ਖੰਡੇ ਬਾਟੇ ਦੀ ਪਹੁਲ ਛਕਾਈ ਜਾਂਦੀ ਹੈ, ਉਸ ਜਗ੍ਹਾ ਤੋਂ ਉਹ ਆਪਣੇ ਕੁਛ 11 ਜਾਂ 15 ਸਿੰਘਾਂ ਦੇ ਨਾਲ ਅਰਦਾਸਾ ਸੋਧ ਕੇ ਉੱਥੋਂ ਬਾਹਰ ਮੈਦਾਨ ਦੇ ਵਿੱਚ ਆਏ। ਅਤੇ ਮੈਦਾਨ ਦੇ ਵਿੱਚ ਆ ਕੇ ਜਿੱਥੇ 2 ਨਿਸ਼ਾਨ ਸਾਹਿਬ ਨੇ, ਜਿੱਥੋਂ ਹੁਣ ਅਕਾਲ ਤਖਤ ਸਾਹਿਬ ਵਾਲੀ ਐਂਟਰੀ ਹੈ, ਉਹ ਨਿਸ਼ਾਨ ਸਾਹਿਬ ਦੇ ਕੋਲੋਂ ਜੇ ਤੁਸੀਂ ਦੇਖੋ ਦਰਬਾਰ ਸਾਹਿਬ ਦੇ ਦਰਸ਼ਨ ਹੁੰਦੇ ਆ। ਅਤੇ ਉੱਥੋਂ ਸੰਤ ਜੀ ਨੇ ਦਰਬਾਰ ਸਾਹਿਬ ਨੂੰ ਮੱਥਾ ਟੇਕਿਆ, ਅਤੇ ਮੱਥਾ ਟੇਕ ਕੇ ਜਦੋਂ ਖੜ੍ਹੇ ਹੋਏ ਤਦ ਉਹਨਾਂ ਦੇ ਗੋਲੀਆਂ ਵੱਜੀਆਂ ਨੇ। ਅਤੇ ਉਹਦੇ ਨਾਲ ਉਹਨਾਂ ਦੇ ਨਾਲ ਜਿੰਨੇ ਸਿੰਘ ਆਏ ਉਹ ਵੀ ਸਾਰੇ ਉਸੇ ਅਖਾੜੇ ਦੇ ਵਿੱਚ ਸ਼ਹੀਦ ਹੋਏ। ਅਤੇ ਉਸ ਤੋਂ ਬਾਅਦ ਫਿਰ ਫੌਜ ਨੇ ਉੱਥੇ ਗੈਸ ਛੱਡੀ। ਗੈਸ ਛੱਡਣ ਦੇ ਨਾਲ ਫਿਰ ਬਾਕੀ ਜਿੰਨੇ ਸਿੰਘ ਸੀਗੇ ਉਹਨਾਂ ਦੇ ਹੱਥ ਪੈਰ ਸੁੱਜ ਗਏ, ਅੱਖਾਂ ਸੁੱਜ ਗਈਆਂ। ਤੋ ਉਸ ਤੋਂ ਬਾਅਦ ਫਿਰ ਗੋਲੀਬਾਰੀ ਰੁਕ ਗਈ 9-9:30 ਵਜੇ। ਅਤੇ ਬਾਕੀ ਸਾਰੀ ਜਿਹੜੀ ਅਰੈਸਟ ਦੀ ਕਾਰਵਾਈ, ਹੋਰ ਦੇਖਣ ਕਰਨ ਦੀ ਕਾਰਵਾਈ, ਉਹ ਸ਼ਾਮ ਨੂੰ ਉਹਨਾਂ ਨੇ 4 ਵਜੇ ਤੋਂ ਬਾਅਦ 6 ਤਰੀਕ ਨੂੰ ਸ਼ੁਰੂ ਕੀਤੀ, ਜਿਹੜੀ 2-3 ਦਿਨ ਉੱਥੇ ਚੱਲਦੀ ਰਹੀ। ਅਤੇ ਉਹਨਾਂ 2-3 ਦਿਨ ਦੇ ਵਿੱਚ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ, ਕਿਉਂਕਿ ਪਹਿਲੇ 2 ਦਿਨ 7-8 ਦਿਨ 7 ਜੂਨ 8 ਜੂਨ ਨੂੰ, ਕਿਉਂਕਿ ਫੌਜ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਸੀਗਾ ਉਹਨਾਂ ਦੀ ਆਸ ਤੋਂ। ਉਹਨਾਂ ਦਾ ਆਸ ਸਹੀ ਨਹੀਂ ਸੀਗੀ ਕਿਸੇ ਨੁਕਸਾਨ ਦੀ। ਤੋ ਉਸ ਵਕਤ ਜਿਹੜੇ ਬਹੁਤ ਸਾਰੇ ਸ਼ਰਧਾਲੂ ਪ੍ਰਕਰਮਾਂ ਦੇ ਕਮਰਿਆਂ ਦੇ ਵਿੱਚ ਹੀ, ਅੱਗੇ ਸਰਾਂ ਦੇ ਕਮਰੇ ਹੁੰਦੇ ਸੀਗੇ, ਉੱਥੇ ਹੀ ਰਹਿੰਦੇ ਸੀਗੇ ਜਾ ਕੇ। ਤੋ ਬਹੁਤ ਸਾਰੇ ਸ਼ਰਧਾਲੂ ਤ੍ਰੇਹ ਦੇ ਨਾਲ, ਭੁੱਖ ਦੇ ਨਾਲ ਚੜ੍ਹਾਈ ਕਰ ਗਏ। ਅਤੇ ਕੁਛ ਇੱਕ ਟੁਕੜੀਆਂ ਨੇ ਵੀ ਉਹ ਭੁੱਖੇ ਥਿਆਏ ਜਿਹੜੇ ਨਿਹੱਥੇ ਸ਼ਰਧਾਲੂ ਸੀਗੇ, ਉਹਨਾਂ ਦੇ ਉੱਤੇ ਵੀ ਗੋਲੀਬਾਰੀ ਕੀਤੀ। ਪੁਆਇੰਟ ਬਲੈਂਕ ਰੇਂਜ ਤੋਂ, ਮਤਲਬ ਸਿਰ 'ਚ ਰੱਖ ਕੇ ਗੋਲੀਆਂ ਮਾਰ ਦਿੱਤੀਆਂ। ਅਤੇ ਜਿਹੜਾ ਦਮਦਮੀ ਟਕਸਾਲ ਦਾ ਸੰਤਾਂ ਦੇ ਨਾਲ ਵਿਦਿਆਰਥੀਆਂ ਦਾ ਜਥਾ ਹੁੰਦਾ ਸੀਗਾ, ਉਹ ਵੀ 6-7-8 ਤੋਂ ਬਾਅਦ ਹੀ ਉਹਨਾਂ ਦੇ ਗੋਲੀਆਂ ਮਾਰੀਆਂ ਪਿੱਛੇ ਹੱਥ ਬੰਨ੍ਹ ਕੇ। ਤੋ ਸਿੰਘਾਂ ਵੱਲੋਂ ਜਿਹੜੀ ਆਖਰੀ ਗੋਲੀਬਾਰੀ ਹੋਈ, ਉਹ ਅਕਾਲ ਤਖਤ ਸਾਹਿਬ ਤੋਂ ਬਾਅਦ 8 ਜਾਂ 9 ਤਰੀਕ ਨੂੰ ਜਦੋਂ ਇੰਡੀਆ ਦਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਆਇਆ, ਤੋ ਉਹ ਜਿਹੜਾ ਰਾਮਗੜੀਆ ਬੁੰਗਾ ਦੇ ਵਿੱਚ ਭਾਈ ਕਾਬਲ ਸਿੰਘ ਅਤੇ ਮੇਜਰ ਸਿੰਘ ਨਾਗੋਕੇ ਹੋਣੀ, ਉਹ ਅਜੇ ਜਿਉਂਦੇ ਸੀਗੇ ਉਦੋਂ ਤੱਕ। ਉਹਨਾਂ ਨੇ ਲਾਸਟ ਫਾਇਰ ਕੀਤਾ, ਜਿਹੜਾ ਗਿਆਨੀ ਜੈਲ ਸਿੰਘ ਦੇ ਨਹੀਂ ਲੱਗਾ, ਨਾਲ ਉਹਦੇ ਕਿਸੇ ਗਾਰਡ ਦੇ ਲੱਗ ਗਿਆ ਸੀਗਾ। ਤੋ ਉਸ ਤੋਂ ਉਹ ਆਖਰੀ ਗੋਲੀ ਸਿੱਖਾਂ ਵੱਲੋਂ ਸੀਗੀ। ਚਲੋ ਫੌਜ ਦਾ ਤਾਂ ਫਿਰ ਗਾਹਾਂ ਇੱਕ ਸਿਲਸਿਲਾ ਚੱਲਿਆ ਕਿ 2-3 ਦਿਨ ਵੀ ਉਹਨਾਂ ਨੇ, ਉਸ ਤੋਂ ਬਾਅਦ ਵੀ ਬਹੁਤ ਸਾਰੇ ਨਿਹੱਥੇ, ਸੈਂਕੜਿਆਂ ਦੀ ਗਿਣਤੀ ਦੇ ਵਿੱਚ ਬਜ਼ੁਰਗ, ਬੱਚੇ, ਬੀਬੀਆਂ ਔਰ ਨੌਜਵਾਨ ਵੀ, ਉਹਨਾਂ ਦਾ ਕਤਲੇਆਮ ਕੀਤਾ। ਅਤੇ ਉਸ ਤੋਂ ਬਾਅਦ ਫਿਰ ਸਾਰੇ ਫੜ ਕੇ ਜੈਸਲਮੇਰ ਜਾਂ ਜੋਧਪੁਰ ਜੇਲ੍ਹਾਂ 'ਚ ਭੇਜੇ ਨੇ। ਜਿਹੜੇ ਅਕਾਲ ਤਖਤ ਸਾਹਿਬ ਤੋਂ ਫੜੇ ਗਏ ਸੀਗੇ, ਫਾਈਟਿੰਗ ਫੋਰਸ ਸੀਗੀ ਲੜਨ ਵਾਲੀ, ਉਹ ਜੈਸਲਮੇਰ ਭੇਜੇ ਗਏ ਸੀਗੇ 94 ਬੰਦੇ। ਜਿਹੜੇ ਕੁਛ ਪੋਲੀਟੀਕਲ ਲੀਡਰ ਸੀਗੇ, ਓਵਰਗਰਾਊਂਡ ਸੀਗੇ, ਜਾਂ
ਸ਼ਰਧਾਲੂਆਂ 'ਚੋਂ ਉਹਨਾਂ ਨੂੰ ਕਿਸੇ ਨੂੰ ਲੱਗਿਆ ਵੀ ਇਹਦੇ ਵਿੱਚ ਕੋਈ ਅਣਖ ਦਾ ਕਣ ਹੈ, ਉਹ ਸਾਰੇ ਫਿਰ ਜੋਧਪੁਰ ਭੇਜੇ ਸੀਗੇ। ਅਤੇ ਉਹ ਫਿਰ ਕਾਫੀ ਚਿਰਾਂ ਬਾਅਦ ਉੱਥੋਂ ਛੁੱਟ ਕੇ ਆਏ। ਉਹ ਇੱਕ ਲੰਬੀ ਦਾਸਤਾਨ ਹੈ। ਤੋ ਇੱਕ ਤਾਂ ਇਹ ਹੈਗਾ ਮੋਟਾ ਮੋਟਾ ਕਿ ਲੜਾਈ ਕਿਸ ਤਰ੍ਹਾਂ ਹੋਈ। ਬਾਕੀ 2-3 ਨੁਕਤੇ ਹੋਰ ਨੇ ਜਿਹੜੇ ਆਪਣੇ ਵਿਚਾਰ ਨੇ ਬਣਦੇ ਨੇ। ਉਹ ਇਹ ਕਿ ਲੜਾਈ ਕਿਉਂ ਹੋਈ ਅਤੇ ਅੱਜ ਅਸੀਂ ਕਿੱਥੇ ਖੜ੍ਹੇ ਹਾਂ। ਇਹ ਜਿਹੜਾ ਘੱਲੂਘਾਰਾ ਹੋਇਆ, ਜਿਹੜਾ ਇੱਕ ਦਿੱਲੀ ਦਰਬਾਰ ਨੇ ਸ੍ਰੀ ਦਰਬਾਰ ਸਾਹਿਬ ਦੇ ਉੱਤੇ, ਸ੍ਰੀ ਹਰਿਮੰਦਰ ਸਾਹਿਬ, ਅਕਾਲ ਤਖ਼ਤ ਸਾਹਿਬ ਦੇ ਉੱਤੇ, ਜਾਂ ਉਸ ਤੋਂ ਵੀ ਵੱਡੇ ਵਿਆਪਕ ਰੂਪ ਦੇ ਵਿੱਚ ਇਸ ਪੂਰੇ ਖਿੱਤੇ ਦੇ ਵਿੱਚ ਜਿਹੜਾ ਪੁਰਾਣਾ ਪੰਜਾਬ ਸੀਗਾ, ਉਹ ਸਾਰੇ ਪੰਜਾਬ ਦੇ ਵਿੱਚ ਬਹੁਤ ਸਾਰੇ ਗੁਰਦੁਆਰਿਆਂ ਦੇ ਉੱਤੇ ਉਹਨਾਂ ਨੇ ਹਮਲੇ ਕੀਤੇ, ਜਿਨ੍ਹਾਂ ਦੀ ਹਜੇ ਤੱਕ ਵੀ ਪੂਰੀ ਲਿਸਟ ਆਪਣੇ ਕੋਲ ਨਹੀਂ। ਤੁਹਾਨੂੰ ਤਾਂ ਬੜਾ ਮਾਣ ਹੋਣਾ ਚਾਹੀਦਾ ਕਿ ਤੁਹਾਡੇ ਪਿੰਡ ਤੋਂ ਹੀ ਸਰਦਾਰ ਮਲਕੀਤ ਸਿੰਘ ਹੁਣੀ ਹੈਗੇ ਕਿ ਜਿਨ੍ਹਾਂ ਨੇ ਇੱਕ ਯਤਨ ਕੀਤਾ ਕਿ ਘੱਟੋ ਘੱਟ ਆਪਾਂ ਉਹ ਗੁਰਦੁਆਰਿਆਂ ਦੀ ਸੂਚੀ ਬਣਾਈਏ। ਉਹ ਸੂਚੀ ਅਜੇ ਮੁਕੰਮਲ ਨਹੀਂ ਹੋ ਸਕੀ ਹੈ ਕਿਉਂਕਿ ਹਜੇ ਕਿ ਸਾਡੇ ਸਮਿਆਂ ਦਾ ਹੀ ਇਤਿਹਾਸ ਹੈ, ਤਦ ਵੀ ਆਪਣੇ ਕੋਲੋਂ ਉਸ ਵੇਲੇ ਦਾ ਸੱਚ ਦੱਸਣ ਦੇ ਲਈ ਬੰਦੇ ਉਸ ਤਰ੍ਹਾਂ ਅੱਗੇ ਨਹੀਂ ਆ ਰਹੇ ਹੈ। ਅਸੀਂ ਵੀ ਸੁਣਦੇ ਰਹੇ ਬੜੇ ਸਾਲ ਵੀ 37 ਗੁਰਦੁਆਰੇ 40 ਗੁਰਦੁਆਰੇ ਸੀਗੇ, ਪਰ ਕਿਹੜੇ 37-40 ਸੀਗੇ, 2-4 ਤੋਂ 5 ਤੋਂ ਬਿਨਾਂ ਕਿਸੇ ਨੂੰ ਨਹੀਂ ਨਾਂ ਪਤਾ ਸੀਗੇ। ਮੇਰੇ ਖਿਆਲ 60 ਗੁਰਦੁਆਰਿਆਂ ਦੀ ਸੂਚੀ ਤੱਕ ਤਾਂ ਇਹ ਪਹੁੰਚ ਗਏ, ਸ਼ਾਇਦ ਹੋਰ ਵੀ ਕੁਛ ਨਿਕਲ ਆਉਣ, ਹੈ ਨਾ। ਤੋ ਬਹੁਤ ਵੱਡੇ ਵਿਆਪਕ ਰੂਪ ਦੇ ਵਿੱਚ ਇਹ ਜਿਹੜਾ ਹਮਲਾ ਹੋਇਆ, ਇਹ ਹਮਲਾ ਕਿਉਂ ਹੋਇਆ, ਜਿੰਨਾ ਟਾਈਮ ਤੱਕ ਆਪਾਂ ਇਹਦੇ ਬਾਰੇ ਸਾਂਝੇ ਰੂਪ ਦੇ ਵਿੱਚ ਸਮਝ ਨਹੀਂ ਬਣਾਵਾਂਗੇ, ਉਨਾ ਸਮੇਂ ਤੱਕ ਸਿੱਖਾਂ ਦੇ ਜਿਹੜੇ ਭਵਿੱਖ ਦੇ ਰਾਹ ਨੇ ਉਹ ਪੂਰਨ ਰੂਪ ਦੇ ਵਿੱਚ ਸਾਨੂੰ ਦਿਸਣਗੇ ਨਹੀਂ, ਅਤੇ ਚੱਲਾਂਗੇ ਆਪਾਂ ਕਿਵੇਂ। ਸੋ ਇਸ ਕਰਕੇ ਹਰੇਕ ਨੂੰ ਇਸ ਮਸਲੇ ਦੇ ਵਿੱਚ ਆਪਣੀ ਤੁਸ਼ ਬੁੱਧੀ ਅਨੁਸਾਰ ਸੋਚਣਾ ਬਣਦਾ ਹੈ ਕਿ ਐਡਾ ਵੱਡਾ ਹਮਲਾ ਹੋਇਆ ਕਿਉਂ ਹੈ। ਸੋ ਉਹਦੇ ਜਦੋਂ ਆਪਾਂ ਕਾਰਨਾਂ ਦੇ ਵਿੱਚ ਜਾਂਦੇ ਹਾਂ, ਇੱਕ ਵਜ੍ਹਾ ਅਕਾਲੀ ਦਲ ਵੱਲੋਂ ਦਿੱਤੀ ਜਾਂਦੀ ਰਹੀ ਕਿ ਇਹ 2 ਪੋਲੀਟੀਕਲ ਪਾਰਟੀਆਂ ਦਾ ਆਪਸ ਦੇ ਵਿੱਚ ਰੌਲਾ ਸੀਗਾ, ਕਾਂਗਰਸ ਦਾ ਅਕਾਲੀ ਦਲ ਦੇ ਨਾਲ। ਤੋ ਪੋਲੀਟੀਕਲ ਪਾਰਟੀਆਂ ਦਾ ਰੌਲਾ ਮੁੜ ਕੇ ਉਹ ਇਸ ਹੱਦ ਤੱਕ ਵੱਧ ਗਿਆ ਕਿ ਦਰਬਾਰ ਸਾਹਿਬ 'ਤੇ ਹਮਲਾ ਹੋਇਆ। ਜਾਂ ਜਿਹੜੇ ਆਪਣੇ ਸੰਪਰਦਾਵਾਂ ਨਾਲ ਸੰਬੰਧਿਤ ਸਿੰਘ ਨੇ ਜਾਂ ਟਕਸਾਲ ਨਾਲ ਕਹਿ ਲਓ, ਉਹ ਇਹਦੀ ਗੱਲ ਥੋੜ੍ਹਾ ਹੋਰ ਤਰੀਕੇ ਦੇ ਨਾਲ ਲੈ ਕੇ ਜਾਂਦੇ। ਉਹ ਕਹਿੰਦੇ ਕਿ ਜਦੋਂ ਸੰਤ ਕਰਤਾਰ ਸਿੰਘ ਹੋਣਾ ਨੇ ਮਾਰਚ ਕੱਢੇ, ਅਤੇ ਇੱਕ ਮਾਰਚ ਜਦੋਂ ਪੰਜਾਬ ਤੋਂ ਦਿੱਲੀ ਲੈ ਕੇ ਗਏ 1975 'ਚ ਐਮਰਜੈਂਸੀ ਦੇ ਦਿਨਾਂ ਦੇ ਵਿੱਚ, ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਸ਼ਹੀਦੀ ਦਿਹਾੜੇ ਦੇ ਉੱਤੇ, ਉੱਥੇ ਜਿਸ ਜਗ੍ਹਾ ਦੀਵਾਨ ਸੀਗਾ, ਉੱਥੇ ਇੰਡੀਆ ਦੀ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਆਈ ਸੀਗੀ, ਜਿਹਦੇ ਸਤਿਕਾਰ ਦੇ ਵਿੱਚ ਦਿੱਲੀ ਦੇ ਕੁਝ ਲੀਡਰਾਂ ਨੇ ਖੜ੍ਹੇ ਹੋ ਕੇ ਉਹਨੂੰ ਜੀ ਆਇਆਂ ਆਖਿਆ। ਤਾਂ ਉਸ ਵਕਤ ਸੰਤ ਕਰਤਾਰ ਸਿੰਘ ਹੋਣਾ ਨੇ ਉਹਨਾਂ ਲੀਡਰਾਂ ਨੂੰ ਇੰਦਰਾ ਗਾਂਧੀ ਬੈਠੀ ਦੇ ਉੱਤੇ ਸਟੇਜ ਤੋਂ ਵਰਜਿਆ ਵੀ ਇਹ ਤੁਸੀਂ ਇੱਕ ਨਾਸ਼ਮਾਨ ਸਰੀਰ ਦੇ ਲਈ ਜੁਗੋ ਜੁਗ ਅਟਲ ਗੁਰੂ ਦੀ ਬੇਅਦਬੀ ਕਰ ਰਹੇ। ਤਾਂ ਉਸ ਤੋਂ ਇੰਦਰਾ ਗਾਂਧੀ ਦੇ ਮਨ 'ਚ ਰੰਜ ਆਇਆ, ਗੁੱਸਾ ਆਇਆ। ਤਾਂ ਉਹਨਾਂ ਲੱਗਦਾ ਕਿ ਇਸ ਤਰੀਕੇ ਦੇ ਨਾਲ 2 ਵੱਡੇ ਸ਼ਖਸੀਅਤਾਂ, 2 ਵੱਡੇ ਮਨੁੱਖਾਂ ਦੀ ਜਿਹੜੀ ਇੱਕ ਖੁੰਦਕ ਹੈ, ਇੰਦਰਾ ਗਾਂਧੀ ਦੀ ਕਹਾਂ ਕਿ ਖੁੰਦਕ ਹੈ, ਉਹ ਇੱਥੇ ਤੱਕ ਪਹੁੰਚੀ। ਹਾਲਾਂਕਿ ਇਹ ਜਿਹੜੀਆਂ 2 ਗੱਲਾਂ ਨੇ, ਮੈਂ ਇਹ ਨਹੀਂ ਕਹਿੰਦਾ ਕਿ ਇਹਨਾਂ ਦੀ ਕੋਈ ਜਗ੍ਹਾ ਨਹੀਂ ਹੈ, ਇਹਨਾਂ ਦਾ ਆਪਦਾ ਇੱਕ ਵਜਨ ਹੈ ਦੋਵੇਂ ਚੀਜ਼ਾਂ ਦਾ, ਪਰ ਗੱਲ ਇਸ ਤੋਂ ਵਧੇਰੇ ਹੈ, ਇਸ ਤੋਂ ਜ਼ਿਆਦਾ ਡੂੰਘੀ। ਗੁੱਸੇ ਦੇ ਵਿੱਚ 2 ਮਨੁੱਖਾਂ ਦਾ ਗੁੱਸਾ ਹੈ, ਜਾਂ 2 ਪਾਰਟੀਆਂ ਦਾ ਗੁੱਸਾ ਹੈ। 2 ਪਾਰਟੀਆਂ ਜਾਂ 2 ਮਨੁੱਖਾਂ ਦੇ ਗੁੱਸੇ ਦੇ ਵਿੱਚ ਕਿਸੇ ਇੱਕ ਦੁਨੀਆ ਦੇ ਬਹੁਤ ਵੱਡੇ ਧਰਮ ਦੇ ਕੇਂਦਰੀ ਸਥਾਨਾਂ ਦੇ ਉੱਤੇ ਹਮਲਾ ਕਰਦਾ, ਇਹ ਗੱਲ ਸਮਝੋ ਬਾਰੀ। ਕਿਉਂਕਿ ਸਿੱਖ ਦੁਨੀਆ ਦੇ ਵੱਡੇ ਰਿਲੀਜਨ ਦੇ ਵਿੱਚ ਆਉਂਦੇ ਆ, ਸਿਧਾਂਤ ਕਰਕੇ ਉਸ ਗਿਣਤੀ ਕਰਕੇ ਜਿੰਨੇ ਵੱਡੇ ਹੈਗੇ ਆ, ਸਿਧਾਂਤ ਕਰਕੇ ਤਾਂ ਉਸ ਤੋਂ ਵੀ ਵੱਡੇ ਧਰਮਾਂ ਦੇ ਵਿੱਚ ਗਿਣੇ ਜਾਂਦੇ ਆ। ਪਰ ਜੇ ਆਪਾਂ ਇਹ ਕਹੀਏ ਕਿ ਇੱਕ ਕਾਂਗਰਸ ਦਾ ਅਕਾਲੀ ਦਲ ਨਾਲ ਰੌਲਾ ਸੀਗਾ, ਤਾਂ ਇਹ ਨਹੀਂ ਹੈ ਵੀ ਸਾਰੇ ਸਿੱਖ ਅਕਾਲੀ ਦਲ 'ਚ ਹੀ ਸੀਗੇ। ਸਿੱਖਾਂ ਦਾ ਬਹੁਤ ਵੱਡਾ ਹਿੱਸਾ ਅਕਾਲੀ ਦਲ ਤੋਂ ਸਦਾ ਬਾਹਰ ਰਿਹਾ, ਅੱਜ ਵੀ ਬਾਹਰ ਹੈ, ਪਹਿਲਾਂ ਵੀ ਬਾਹਰ।
ਸੀਗਾ, ਪਾਰਟੀਆਂ ਨਾਲ ਅਫੀਲੀਏਟ ਸੀਗੇ। ਤੋ ਇਹਦਾ ਅਸਰ ਤਾਂ ਸਾਰੇ ਸਿੱਖਾਂ 'ਤੇ ਹੋਣਾ ਸੀਗਾ। ਇਹ ਨਹੀਂ ਹੈ ਕਿ ਉਹਨਾਂ ਨੂੰ ਜਾਣਕਾਰੀ ਨਹੀਂ ਹੋਊਗੀ ਪਹਿਲਾਂ ਕਿ ਇਹਦੇ 'ਤੇ ਆਪਾਂ ਹਮਲਾ ਕਰਾਂਗੇ ਅਤੇ ਸਿੱਖਾਂ ਦੇ ਉੱਤੇ ਕਿਆ ਅਸਰ ਹੋਣਾ। ਸੋ ਇਸ ਕਰਕੇ ਜਿੰਨੀ ਕੁ ਮੇਰੀ ਸਮਝ ਹੈ ਉਹ ਇਹ ਹੈ ਕਿ ਮਸਲਾ ਇਸ ਤੋਂ ਜ਼ਿਆਦਾ ਗੰਭੀਰ ਸੀਗਾ। ਉਹ ਕੁਛ ਐਸਾ ਹੀ ਕਰਨਾ ਚਾਹੁੰਦੇ ਸੀਗੇ ਜਿਹਦੇ ਨਾਲ ਸਾਰੇ ਹੀ ਸਿੱਖਾਂ 'ਤੇ ਕੋਈ ਅਸਰ ਪਵੇ। ਇਹ ਨਹੀਂ ਵੀ ਇਕੱਲੇ ਦਮਦਮੀ ਟਕਸਾਲ ਨਾਲ ਸੰਬੰਧਿਤ ਸਿੱਖਾਂ 'ਤੇ ਕੋਈ ਅਸਰ ਪਵੇ ਜਾਂ ਅਕਾਲੀ ਦਲ ਨਾਲ ਸੰਬੰਧਿਤ ਸਿੱਖਾਂ 'ਤੇ ਕੋਈ ਅਸਰ ਪਵੇ। ਉਹ ਸਾਰੇ ਹੀ ਸਿੱਖਾਂ 'ਤੇ ਕੋਈ ਇੱਕ ਅਸਰ, ਸਾਂਝਾ ਅਸਰ ਪਾਉਣਾ ਚਾਹੁੰਦੇ ਸੀ। ਅਤੇ ਉਹ ਅਸਰ ਕਿਆ ਸੀਗਾ? ਉਹ ਅਸਰ ਇਹ ਸੀਗਾ ਕਿ ਉਹ ਸਿੱਖਾਂ ਦੀ ਰੂਹ ਦੇ ਵਿੱਚ ਇੱਕ ਡੂੰਘਾ ਜ਼ਖਮ ਦੇਣਾ ਚਾਹੁੰਦੇ ਸੀਗੇ। ਸਾਰੇ ਸਿੱਖਾਂ ਦੀ ਜਿਹੜੀ ਇੱਕ ਸਾਂਝੀ ਸੁਰਤ ਹੈ ਉਸ 'ਤੇ ਹੀ ਜ਼ਖਮ ਦੇਣਾ ਚਾਹੁੰਦੇ ਸੀ। ਅਤੇ ਹੁਣ ਉਸ 'ਤੇ ਉਹ ਕਿਉਂ ਜ਼ਖਮ ਦੇਣਾ ਚਾਹੁੰਦੇ ਸੀਗੇ ਇਹ ਸਾਡੇ ਲਈ ਸਮਝਣ ਦੀ ਲੋੜ ਹੈ। ਇਹ ਤਾਂ ਆਪਾਂ ਸਮਝਦੇ ਹਾਂ ਕਿ ਵੱਡਾ ਹਿੱਸਾ ਜੋ ਆਪਾਂ ਘੱਲੂਘਾਰਾ ਕਹਿੰਦੇ ਹਾਂ, ਇਹ ਤੋਂ ਹੀ ਸਮਝ ਆਉਂਦੀ ਹੈ ਕਿ ਉਹ ਸਾਡੀ ਸੁਰਤ 'ਤੇ ਜ਼ਖਮ ਦੇਣ ਦੀ ਇੱਕ ਵਿਆਪਕ ਕਾਰਵਾਈ ਸੀ। ਜੇ ਆਪਾਂ ਥੋੜ੍ਹਾ ਹੋਰ ਪਿੱਛੇ ਜਾਈਏ ਕਿ ਇਹ ਗੱਲ ਇਸ ਫੈਸਲੇ ਤੱਕ ਦਿੱਲੀ ਦਰਬਾਰ ਕਿਉਂ ਪਹੁੰਚਿਆ ਕਿ ਐਡਾ ਵਿਆਪਕ ਹਮਲਾ ਕਰੀਏ ਕਿ ਇਹਨਾਂ ਦੀ ਰੂਹ 'ਤੇ ਜ਼ਖਮ ਆਏ, ਇਹਨਾਂ ਦੀ ਸੁਰਤ ਗਹਿਰਾ ਜ਼ਖਮ ਆਏ, ਉਹਦੇ ਲਈ ਸਾਨੂੰ 47 ਤੋਂ ਸ਼ੁਰੂ ਹੋਣਾ ਪੈਣਾ ਘੱਟੋ ਘੱਟ, ਜਾਂ 47 ਤੋਂ ਵੀ ਪਿੱਛੋਂ ਸ਼ੁਰੂ ਹੋਣਾ ਪੈਣਾ। ਉਹ ਇਹ ਆ ਕਿ ਇਸ ਪੂਰੇ ਖਿੱਤੇ ਦੇ ਵਿੱਚ, ਜਿਹਨੂੰ ਅੱਜ ਕੱਲ੍ਹ ਸਾਊਥ ਏਸ਼ੀਆ ਕਹਿੰਦੇ ਆ, ਜਿਹਦੇ 6-7 ਮੁਲਕ ਨੇ, ਇਹ ਸਾਰੇ ਮੁਲਕ ਦੇ ਵਿੱਚ ਅੰਗਰੇਜ਼ਾਂ ਦਾ ਫਿਰੰਗੀ ਦਾ ਰਾਜ ਹੋ ਗਿਆ। ਅਤੇ ਫਿਰੰਗੀ ਦਾ ਰਾਜ ਜਦੋਂ ਹੋ ਗਿਆ ਉਹਦੇ ਵਿੱਚ ਜਿਹੜੀ ਸਭ ਤੋਂ ਵੱਜਵੀਂ ਵਿਰੋਧਤਾ ਹੋਈ ਆ, ਸਭ ਤੋਂ ਵੱਜਵੀਂ ਬਗਾਵਤ ਹੋਈ ਆ, ਉਹ ਸਿੱਖਾਂ ਰਾਹੀਂ ਹੋਈ। ਅਤੇ ਉਸ ਇੱਕ ਬਗਾਵਤ ਕਰਕੇ, ਹਾਲਾਂਕਿ ਚਲੋ ਇੱਕ ਵੱਡੇ ਬਾਹਰੀ ਕਾਰਨ ਬਣੇ ਕਿ ਫਿਰੰਗੀਆਂ ਨੂੰ 2 ਵਿਸ਼ਵ ਯੁੱਧ ਲੜਨੇ ਪੈ ਗਏ, ਜਿਹਦੇ ਕਰਕੇ ਉਹਨਾਂ ਦਾ ਆਪਣਾ ਇੰਟਰਨਲ ਢਾਂਚਾ ਟੁੱਟ ਗਿਆ ਅਤੇ ਜਿਹੜਾ ਵਿਸ਼ਵ ਦਾ ਆਰਡਰ ਸੀਗਾ ਉਹ ਬਦਲ ਗਿਆ। ਨਵੇਂ ਤਰੀਕੇ ਨਾਲ ਰਾਜ ਕਰਨ ਦੀਆਂ ਨਵੀਆਂ ਸੰਸਥਾਵਾਂ ਬਣ ਗਈਆਂ। ਪਰ ਉਸ ਤੋਂ ਬਿਨਾਂ ਇੱਕ ਬਹੁਤ ਵੱਡਾ ਕਾਰਨ ਸੀਗਾ ਕਿ ਸਿੱਖਾਂ ਦੇ ਨਾਲ ਕੰਟੀਨਿਊਸਲੀ ਉਹਨਾਂ ਨੂੰ ਲੜਨਾ ਪਿਆ। ਕਿੱਥੇ ਤਾਂ ਅੰਗਰੇਜ਼, ਜਦੋਂ ਉਹਨਾਂ ਨੇ ਪਾਰਲੀਮੈਂਟ ਹਾਊਸ ਬਣਾਇਆ, ਜਿੱਥੇ ਸਾਰੀ ਇੰਦਰਾ ਗਾਂਧੀ ਜਾਂ ਮੋਦੀ ਹੋਣੀ ਜਾਂ ਜਿੰਨੇ ਵੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਬੈਠ ਕੇ ਸਿੱਖਾਂ ਦੇ ਖਿਲਾਫ ਜਾਂ ਇੰਡੀਆ ਦੇ ਵਿੱਚ ਹੋਰ ਮਜ਼ਲੂਮਾਂ ਦੇ ਖਿਲਾਫ ਕਾਨੂੰਨ ਬਣਾਉਂਦੇ ਨੇ, ਇਹ ਪਾਰਲੀਮੈਂਟ ਅੰਗਰੇਜ਼ਾਂ ਨੇ ਬਣਾਈ ਸੀਗੀ। ਅਤੇ ਜਦੋਂ ਇਹ ਪਾਰਲੀਮੈਂਟ ਅਤੇ ਰਾਸ਼ਟਰਪਤੀ ਭਵਨ, ਉਦੋਂ ਉਹਨੂੰ ਵਾਇਸਰਾਏ ਹਾਊਸ ਕਹਿੰਦੇ ਸੀਗੇ, ਬਣਾਏ ਸੀਗੇ, ਤਾਂ ਉਦੋਂ ਉਹਨਾਂ ਨੇ ਪੱਥਰ ਦੀਆਂ ਘੰਟੀਆਂ ਲਾਈਆਂ ਸੀਗੀਆਂ ਉੱਥੇ। ਪੱਥਰ ਦੀ ਘੰਟੀ ਇਸ ਕਰਕੇ ਲਾਈ ਸੀਗੀ ਕਿ ਇੱਥੇ ਹੁਣ ਖਤਰੇ ਦੀ ਘੰਟੀ ਕੋਈ ਹੁਣ 100 ਸਾਲ 200 400 ਸਾਲ ਵੱਜਣੀ ਨਹੀਂ ਹੈ। ਉਹ ਇਹ ਸੋਚਦੇ ਸੀਗੇ ਕਿ ਇੰਨੇ ਪੱਕੇ ਪੈਰੀਂ ਸਾਡਾ ਰਾਜ ਹੋ ਗਿਆ। 1925 ਦੇ ਵਿੱਚ ਇਹ ਪਾਰਲੀਮੈਂਟ ਹਾਊਸ ਅਤੇ ਰਾਸ਼ਟਰਪਤੀ ਭਵਨ ਬਣਿਆ। ਚਲੋ ਇਹ ਵੱਖਰੀ ਇੱਕ ਵੱਖਰਾ ਵਿਸ਼ਾ ਹੈ ਕਿ ਉਹ ਵੀ ਸਿੱਖਾਂ ਦੀ ਜਗ੍ਹਾ 'ਤੇ ਹੀ ਬਣਿਆ ਹੈ, ਜਿਹੜਾ ਬਹੁਤ ਘੱਟ ਸਿੱਖਾਂ ਨੂੰ ਪਤਾ। ਅਤੇ ਪਰ ਲੜਾਈ ਦੀ ਜਾਂ ਦੁਨੀਆ ਦੀ ਰਫ਼ਤਾਰ ਇਹ ਹੋਈ, ਸਿੱਖਾਂ ਦਾ ਵਿਰੋਧ ਐਡਾ ਵੱਡਾ ਇੱਕ ਉਹਦੇ ਵੱਡਾ ਅੰਸ਼ ਬਣਿਆ ਕਿ ਉਹਨਾਂ ਨੂੰ ਉਹ ਖਤਰੇ ਦੀਆਂ ਘੰਟੀਆਂ ਐਸੀਆਂ ਵੱਜੀਆਂ ਕਿ ਇੰਡੀਆ 'ਚ ਜਾਣਾ ਪੈ ਗਿਆ। ਅਤੇ ਇਹ ਗੱਲ ਦੀ ਸਮਝ ਜਿਨ੍ਹਾਂ ਨੂੰ ਉਹ ਪਾਵਰ ਦੇ ਕੇ ਗਏ, ਉਹ ਇਕੱਲੀ ਪਾਵਰ ਨਹੀਂ ਦੇ ਕੇ ਗਏ, ਉਹਨਾਂ ਨੂੰ ਜੋ ਵੀ ਉਸ ਤੋਂ ਪਹਿਲਾਂ ਜਿਹੜੀ ਅੱਜ ਏਜੰਸੀ ਆ IB ਇੰਟੈਲੀਜੈਂਸ ਬਿਊਰੋ, ਇਹਦਾ ਜਿਹੜਾ ਪਹਿਲਾ ਰੂਪ ਸੀਗਾ, ਇਹਨੂੰ ਪੋਲੀਟੀਕਲ ਡਿਪਾਰਟਮੈਂਟ ਕਹਿੰਦੇ ਸੀਗੇ, ਉਹਦੀਆਂ ਸਾਰੀਆਂ ਫਾਈਲਾਂ ਵੀ ਤਾਂ ਨਾਲ ਹੀ ਦੇ ਕੇ ਗਏ। ਨਹਿਰੂ ਪ੍ਰਾਈਮ ਮਿਨਿਸਟਰ 1946 'ਚ ਬਣ ਗਿਆ ਸੀਗਾ। ਤੋ ਉਦੋਂ ਉਹਨਾਂ ਨੂੰ ਪਤਾ ਸੀਗਾ ਕਿ ਸਿੱਖਾਂ ਦੀ ਸਮਰੱਥਾ ਕਿੰਨੀ ਹੈ। ਪਰ ਜਿਸ ਤਰ੍ਹਾਂ ਸਿੱਖਾਂ ਦਾ ਬਹੁਤ ਵੱਡਾ ਹਿੱਸਾ ਜਾਨੀ, ਮਾਲੀ ਅਤੇ ਧਾਰਮਿਕ ਨੁਕਸਾਨ ਕਰਾ ਕੇ ਪੱਛਮੀ ਪੰਜਾਬ 'ਚੋਂ ਆਇਆ, ਉਦੋਂ ਥੋੜ੍ਹੇ ਪਹਿਲੇ ਸਾਲ ਉਹਨਾਂ ਨੂੰ ਲੱਗਿਆ ਕਿ ਸਿੱਖ ਤਾਂ ਹੁਣ ਬਿਲਕੁਲ ਜੜ੍ਹੋਂ ਹਿੱਲ ਗਏ ਆ, ਹੁਣ ਤਾਂ ਇਹਨਾਂ ਨੂੰ ਆਪਣੇ ਸਰਵਾਈਵਲ ਦਾ ਮਸਲਾ ਹੋ ਗਿਆ ਹੋਇਆ। ਪਰ ਸਿੱਖਾਂ ਨੇ ਐਸੀ ਮਿਹਨਤ ਕੀਤੀ ਕਿ ਕੁਛ ਖਿੱਤਿਆਂ ਦੇ ਵਿੱਚ ਸਿੱਖ ਇੰਨੇ ਤਾਕਤਵਰ ਹੋ ਗਏ ਕਿ ਐਡੀ ਵੱਡੀ ਇੰਡੀਆ ਦੀ ਮਾਈਟੀ ਸਟੇਟ, ਤਾਕਤਵਰ ਸਟੇਟ ਵੀ ਸਿੱਖਾਂ 'ਤੇ ਨਿਰਭਰ ਹੋ ਗਈ। ਉਹਦੇ ਵਿੱਚ 4 ਬੜੇ ਮਹੱਤਵਪੂਰਨ ਖੇਤਰ ਸੀਗੇ ਜਿਨ੍ਹਾਂ ਦੇ ਉੱਤੇ ਇੰਡੀਆ ਸਿੱਖਾਂ ਦੇ ਉੱਤੇ ਨਿਰਭਰ ਕਰਦਾ ਸੀਗਾ। ਇੱਕ ਫੌਜ, ਦੂਜੀ ਅੰਨ ਦੀ ਸੁਰੱਖਿਆ, ਤੀਜੀ ਟਰਾਂਸਪੋਰਟ ਅਤੇ ਚੌਥਾ ਵਪਾਰ। ਇਹ 4 ਐਸੀਆਂ ਚੀਜ਼ਾਂ ਸੀਗੀਆਂ
ਵਪਾਰ ਖਾਸ ਕਰਕੇ ਜਿਹੜੇ ਟੂਲਸ ਨੇ, ਅੱਜ ਵੀ ਤੁਸੀਂ ਇੰਡੀਆ ਦੇ ਵਿੱਚ ਕਿਤੇ ਵੀ ਜਾਓ, ਬਿਲਕੁਲ ਦੂਰ ਬਰਮਾ ਤੱਕ ਵੀ ਜਾਓ, ਉੱਥੇ ਵੀ ਸ਼ਹਿਰਾਂ ਦੇ ਵਿੱਚ ਤੁਹਾਨੂੰ ਸਿੱਖ ਮਿਲ ਜਾਣਗੇ। ਮੈਂ ਹੁਣ ਪਿੱਛੇ ਜਿਹੇ ਜਾ ਕੇ ਆਇਆ, ਬਰਮਾ ਦੇ ਬਿਲਕੁਲ ਕੋਲ ਦੀਮਾਪੁਰ ਹੈਗਾ, ਉੱਥੇ ਸਿੱਖ ਸੀਗੇ, ਅਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਕਦੋਂ ਦੇ? ਕਹਿੰਦੇ ਇਸ ਤਾਂ ਬਹੁਤ ਸਾਲ ਹੋ ਗਏ ਇੱਥੇ, 100 ਸਾਲ ਤੋਂ ਆਸ-ਪਾਸ। ਮੈਂ ਕਿਹਾ ਤੁਸੀਂ ਇੱਥੇ ਕਿਵੇਂ? ਕਹਿੰਦੇ ਸਾਡਾ ਵਪਾਰ ਹੈ, ਪੰਜਾਬ ਤੋਂ ਜਿਹੜੇ ਟੂਲਸ ਬਣਦੇ ਨੇ ਉਹਨਾਂ ਦਾ ਅਸੀਂ ਵਪਾਰ ਡਿਸਟਰੀਬਿਊਟ ਕਰਦੇ ਹਾਂ। ਤੋ ਅੱਜ ਵੀ ਜਿੱਦਾਂ ਤੁਹਾਡੇ ਤਾਂ ਨੇੜੇ ਨਾਭਾ ਹੈ, ਇਹ ਸਾਰੇ ਖਿੱਤੇ ਦੇ ਵਿੱਚ ਜਿਹੜੀ ਮਸ਼ੀਨਰੀ ਬਣਦੀ ਹੈ ਅੱਜ ਵੀ ਸਾਰੇ ਇੰਡੀਆ ਦੇ ਵਿੱਚ ਇੱਥੋਂ ਜਾਂਦੀ ਹੈ। ਉਹ ਤਾਂ ਹੁਣ 91 ਤੋਂ ਬਾਅਦ ਜਦੋਂ ਲਿਬਰਲਾਈਜੇਸ਼ਨ ਹੋ ਗਈ, ਪ੍ਰਾਈਵੇਟਾਈਜੇਸ਼ਨ ਹੋ ਗਈ ਹੈ, ਬਾਹਰਲੀਆਂ ਕੰਪਨੀਆਂ ਆ ਗਈਆਂ, ਤਾਂ ਪੰਜਾਬ ਦੇ ਵਿੱਚ ਬਣਦਾ ਜਿਹੜਾ ਟੂਲ ਸੀਗਾ ਉਹਦੀ ਹੈਸੀਅਤ, ਉਹਦੀ ਜ਼ਰੂਰਤ ਘਟ ਗਈ ਹੈ। ਨਹੀਂ ਪਹਿਲਾਂ ਤਾਂ ਸਾਰਾ ਇੰਡੀਆ ਡਿਪੈਂਡੈਂਟ ਸੀਗਾ ਪੰਜਾਬ ਦੇ ਉੱਤੇ। ਸੋ ਕੁਛ ਐਸੇ ਸੈਕਟਰ ਸੀਗੇ ਜਿਹੜੇ ਨਿਹਾਇਤ ਜ਼ਰੂਰੀ ਸੀਗੇ, ਜਿਨ੍ਹਾਂ ਦੇ ਉੱਤੇ ਇੰਡੀਆ ਪੰਜਾਬ ਤੇ ਸਿੱਖਾਂ 'ਤੇ ਡਿਪੈਂਡੈਂਟ ਸੀਗਾ, ਨਿਰਭਰ ਸੀਗਾ। ਪਰ ਖਤਰੇ ਦੀ ਘੰਟੀ ਦਿੱਲੀ ਦਰਬਾਰ 'ਚ ਉਦੋਂ ਵੱਜੀ ਜਦੋਂ 1975 ਦੇ ਵਿੱਚ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ। ਐਮਰਜੈਂਸੀ ਦਾ ਜਦੋਂ ਵਿਰੋਧ ਹੋਇਆ, ਅਤੇ ਉਹਦਾ ਜਿਹੜਾ ਸਭ ਤੋਂ ਡਟਵਾਂ ਵਿਰੋਧ ਹੋਇਆ ਉਹ ਪੰਜਾਬ 'ਚੋਂ ਹੋਇਆ। ਅਕਾਲੀ ਦਲ ਨੇ, ਅਤੇ ਉਸ ਵਕਤ ਸੰਤ ਕਰਤਾਰ ਸਿੰਘ ਭਿੰਡਰਾਂਵਾਲੇ ਸੀਗੇ, ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਮੋਰਚਾ ਲੱਗਿਆ ਐਮਰਜੈਂਸੀ ਦੇ ਖਿਲਾਫ, ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਸਿੱਖਾਂ ਦਾ ਰਿਹਾ, ਅਤੇ ਔਰ ਲਗਾਤਾਰ ਰਿਹਾ, ਅਤੇ ਕੋਈ ਮਾਫੀ ਮੰਗ ਕੇ ਬਾਹਰ ਨਹੀਂ ਆਇਆ। ਉਸ ਤੋਂ ਜਿਹੜੀ ਇੱਕ ਇੰਪੋਰਟੈਂਟ ਇੱਕ ਨਵੀਂ ਗੱਲ ਉੱਭਰੀ, ਉਹ ਇਹ ਉੱਭਰੀ ਕਿ ਇੰਡੀਆ ਦੇ ਵਿੱਚ ਜਦੋਂ ਦਿੱਲੀ ਤਖਤ ਕਿਸੇ ਨਿਤਾਣਿਆਂ ਦੇ ਉੱਤੇ ਜਾਂ ਜਿਹੜੇ ਪਾਵਰ ਤੋਂ ਬਾਹਰ ਹੈ ਉਹਨਾਂ ਦੇ ਉੱਤੇ ਕੋਈ ਹਮਲਾ ਕਰਦਾ ਜਾਂ ਜ਼ੁਲਮ ਕਰਦਾ, ਅਤੇ ਉਹਨਾਂ ਦੇ ਰਾਖੇ ਦੇ ਤੌਰ 'ਤੇ ਸਿੱਖ ਪੋਲੀਟੀਕਲ ਲੀਡਰਸ਼ਿਪ ਦੇ ਵਿੱਚ ਸਭ ਤੋਂ ਅੱਗੇ ਹੋ ਕੇ ਲੜ ਸਕਦੇ ਸਾਰੇ ਇੰਡੀਆ ਦੇ ਲੋਕਾਂ ਲਈ। ਇਹ ਇੱਕ ਵੱਖਰਾ ਨੁਕਤਾ ਸੀਗਾ ਜਿਹੜਾ ਇੰਡੀਆ ਦੇ ਸ਼ਾਸਕਾਂ ਨੇ ਨਹੀਂ ਕਦੇ ਦੇਖਿਆ ਸੁਣਿਆ ਸੀਗਾ, ਕਿ ਇੰਡੀਆ ਦੇ ਲੋਕ ਸਿੱਖਾਂ ਨੂੰ ਆਪਣੇ ਰਾਖੇ ਦੇ ਤੌਰ ਦੇ ਉੱਤੇ ਵੀ ਤਸਲੀਮ ਕਰ ਸਕਦੇ। ਤੇ ਇਸ ਐਮਰਜੈਂਸੀ ਦੀ ਜਿਹੜੀ ਸਟਰਗਲ ਸੀਗੀ, ਉਹਨੇ ਇੱਕ ਨਵੀਂ ਡਾਇਮੈਂਸ਼ਨ ਪੈਦਾ ਕਰ ਦਿੱਤੀ ਕਿ ਸਿੱਖ ਇੰਡੀਆ ਦੇ ਜਿੰਨੇ ਨਿਤਾਣੇ ਵਰਗ ਹੈ, ਜਿੰਨੇ ਨਿਮਾਣੇ ਵਰਗ ਹੈ, ਜਿੰਨੇ ਲਤਾੜੇ ਵਰਗ ਹੈ, ਉਹਨਾਂ ਦੇ ਲੀਡਰ ਬਣ ਸਕਦੇ। ਅਤੇ ਮਨ ਦੇ ਵਿੱਚ ਉਸ ਛਾਪ ਦਾ ਨਤੀਜਾ ਇਹ ਨਿਕਲਿਆ ਕਿ 1980 ਦੇ ਵਿੱਚ ਜਦੋਂ ਮੁਰਾਰਜੀ ਦੇਸਾਈ ਅਤੇ ਚਰਨ ਸਿੰਘ ਦੀਆਂ ਸਰਕਾਰਾਂ ਟੁੱਟੀਆਂ, ਉਦੋਂ ਕੁਛ ਲੋਕਾਂ ਨੇ ਜਨਤਾ ਪਾਰਟੀ ਨਾਲ ਜਿਹੜੇ ਸੰਬੰਧਿਤ ਸੀਗੇ, ਉਹਨਾਂ ਨੇ ਟਰਾਈ ਕੀਤੀ ਕਿ ਕਿਸੇ ਇੰਦਰਾ ਗਾਂਧੀ ਦੀ ਬਜਾਏ ਸਟਿਲ ਕਿਸੇ ਨਾ ਕਿਸੇ 'ਤੇ ਕੋਈ ਸਮਝੌਤਾ ਹੋ ਜਾਏ। ਤੋ ਸੁਰਜੀਤ ਸਿੰਘ ਬਰਨਾਲੇ 'ਤੇ ਸਮਝੌਤਾ ਹੋ ਗਿਆ ਸੀਗਾ PM ਬਣਨ ਦਾ। 7 ਕੇ 8 MP ਸੀਗੇ, 7-8 MPਆਂ ਦੇ ਨਾਲ ਪਾਰਟੀਆਂ ਨੂੰ ਸੈਂਟਰ ਦੇ ਵਿੱਚ ਇੱਕ ਛੋਟੀ ਜਿਹੜੀ ਸਟੇਟ ਦੀ ਮਿਨਿਸਟਰੀ ਹੁੰਦੀ ਉਹ ਵੀ ਨਹੀਂ ਮਿਲਦੀ ਹੈ। ਪਰ ਸਿੱਖਾਂ ਦੀ ਹਿਸਟੋਰੀਕਲੀ ਇਤਿਹਾਸ ਕਰਕੇ ਅਤੇ ਜਿਸ ਤਰੀਕੇ ਦੇ ਨਾਲ ਉਹਨਾਂ ਨੇ ਆਪਣੀ ਲੀਡਰਸ਼ਿਪ ਦੀ ਕਪੈਸਿਟੀ ਦਿਖਾਈ ਸੀਗੀ, ਉਹਨਾਂ ਨੂੰ PM ਤੱਕ ਦੀ ਆਫਰ ਉਹਨਾਂ 'ਤੇ ਸਹਿਮਤੀ ਹੋਣ ਲੱਗ ਗਈ ਸੀ। ਸੋ ਇਸ ਕਰਕੇ 75-76 ਤੋਂ ਬਾਅਦ ਸਟੇਟ ਨੇ ਇਹ ਮੰਨ ਲਿਆ ਸੀਗਾ ਕਿ ਸਿੱਖਾਂ ਨੂੰ ਕਿਸੇ ਵੱਡੀ ਜੰਗ ਦੇ ਵਿੱਚ ਪਾਇਆ, ਇਹਨਾਂ ਦੇ ਉੱਤੇ ਕੋਈ ਵੱਡਾ ਜ਼ਖਮ ਦਿੱਤੇ ਤੋਂ ਬਿਨਾਂ ਇਹ ਕਾਬੂ ਨਹੀਂ ਕੀਤੇ ਜਾ ਸਕਣਾ। ਤੋ ਸੋ ਇਸੇ ਕਰਕੇ ਆਪਾਂ 77 ਤੋਂ ਦੇਖ ਲਈਏ ਕਿ ਪੰਜਾਬ ਦੇ ਵਿੱਚ ਇੱਕ ਸਾਜ਼ਿਸ਼ਾਂ ਦਾ ਦੌਰ ਸ਼ੁਰੂ ਹੋਇਆ। ਉਸ ਵਕਤ ਤਾਂ ਅਕਾਲੀ ਦਲ ਦੀ ਭਾਈਵਾਲ ਸਰਕਾਰ ਸੀਗੀ, ਉੱਥੇ ਇੰਦਰਾ ਗਾਂਧੀ ਤਾਂ ਹੈ ਨਾ। ਜਦੋਂ ਸਾਰਾ ਇੱਕ ਪਿੜ ਵੱਜਾ ਸਿੱਖਾਂ ਦੇ ਖਿਲਾਫ ਜੰਗ ਦਾ, ਪਹਿਲੇ 3 ਸਾਲ 77 ਤੋਂ ਲੈ ਕੇ 80 ਤੱਕ, ਉਦੋਂ ਤਾਂ ਕਾਂਗਰਸ ਆਪਣੇ ਸਰਵਾਈਵਲ ਲਈ ਲੜ ਰਹੀ ਸੀਗੀ। ਇੰਦਰਾ ਗਾਂਧੀ ਤਾਂ ਪੂਰਾ ਨਾਰਥ ਇੰਡੀਆ ਹਾਰ ਗਈ ਸੀਗੀ, ਟੋਟਲ ਆਪਦੀ ਸੀਟ ਵੀ ਹਾਰ ਗਈ ਸੀਗੀ, ਉਹ ਤਾਂ ਬਚਿਆ ਹੀ ਨਹੀਂ ਸੀਗਾ ਕੁਛ ਵੀ ਇੱਥੇ। ਤੇ ਜਿਨ੍ਹਾਂ ਦੇ ਰਾਜ ਦੇ ਵਿੱਚ ਇਹ ਹੋਇਆ ਸਾਰਾ ਕੁਛ, ਉਹ ਕਾਂਗਰਸ ਨਹੀਂ ਸੀਗੀ। ਇਹ ਇੱਕ ਗੱਲ ਇੱਥੇ ਆਪਣੇ ਹੋਰ ਸਮਝਣ ਵਾਲੀ ਇਹ ਆ ਕਿ ਹਰੇਕ ਮੁਲਕ ਨੂੰ, ਜਿਹੜਾ ਵੀ ਮੁਲਕ ਪੱਛਮ ਦੇ ਫਲਸਫੇ ਦੇ ਨਾਲ ਬਣਿਆ ਹੋਇਆ, ਉਸ ਮੁਲਕ ਨੂੰ ਮੁੱਖ ਰੂਪ ਦੇ ਵਿੱਚ ਉੱਥੋਂ ਦੀ ਜਿਹੜੀ ਬਿਊਰੋਕ੍ਰੇਸੀ ਆ ਉਹ ਚਲਾਉਂਦੀ ਹੈ। ਪੁਲਿਸ ਅਫਸਰ, ਫੌਜ ਦੇ ਅਫਸਰ ਜਾਂ ਪੋਲੀਟੀਸ਼ੀਅਨ ਇਹ 2 ਨੰਬਰ 'ਤੇ ਹੀ ਹੁੰਦੇ ਆ। ਹੁਣ ਜੇ ਤੁਸੀਂ ਜਿਹੜਾ ਉਸ ਵਕਤ 84 ਜਦੋਂ ਹਮਲਾ ਹੋਇਆ, ਉਦੋਂ ਜਿਹੜਾ ਪੰਜਾਬ ਦਾ ਗਵਰਨਰ ਸੀਗਾ ਪਾਂਡੇ, ਉਹਦੀ ਕਿਤਾਬ ਪੜ੍ਹੋ, ਉਹਨੇ ਲਿਖੀ ਹੋਈ ਆ ਇਸ
ਸਾਰੇ ਦੌਰ ਦੇ ਉੱਤੇ। ਤਾਂ ਉਹ ਬਹੁਤ ਸਪਸ਼ਟ ਰੂਪ ਦੇ ਵਿੱਚ ਲਿਖਦਾ ਵੀ ਫੈਸਲੇ ਕੌਣ ਲੈ ਰਿਹਾ ਸੀਗਾ। ਫੈਸਲੇ ਲੈ ਰਿਹਾ ਸੀਗਾ ਰॉ ਦਾ ਚੀਫ, ਉਹ IAS ਅਫਸਰ ਹੈ। ਫੈਸਲੇ ਲੈ ਰਿਹਾ ਸੀਗਾ ਕੈਬਨਿਟ ਸੈਕਟਰੀ, ਉਹ IAS ਅਫਸਰ ਹੈ। ਫੈਸਲੇ ਲੈ ਰਿਹਾ ਸੀਗਾ PMO ਦੇ ਵਿੱਚ ਜਿਹੜਾ ਪ੍ਰਿੰਸੀਪਲ ਸੈਕਟਰੀ ਟੂ PM, ਉਹ ਵੀ IAS ਅਫਸਰ ਹੈ। ਉਹ ਕਹਿੰਦਾ ਬਾਕੀਆਂ ਨੂੰ ਤਾਂ ਫੈਸਲਾ ਲੈ ਕੇ ਐਗਜ਼ੀਕਿਊਟ ਕਰਨ ਵੇਲੇ ਮੀਟਿੰਗ ਸੱਦਦੇ ਸੀਗੇ। ਈਵਨ IB ਦੇ ਜਿਹੜੀ ਬਿਲਕੁਲ ਜਿਸ ਦਿਨ ਮਈ ਦੇ ਅਖੀਰ ਦੇ ਵਿੱਚ ਜਿਸ ਮੀਟਿੰਗ ਦੇ ਵਿੱਚ ਆਰਡਰ ਦੇਣਾ ਸੀਗਾ, ਉਸ ਮੀਟਿੰਗ ਦੇ ਵਿੱਚ ਵੀ ਕਹਿੰਦਾ IB ਦਾ ਹੈਡ ਲੇਟ ਬਿਠਾਇਆ ਉਹਨਾਂ ਨੇ। ਮੈਨੂੰ ਦੱਸ ਦਿੱਤਾ ਕਹਿੰਦਾ ਉਹਨਾਂ ਨੇ ਵੀ ਅਸੀਂ ਹਮਲਾ ਕਰਨ ਲੱਗੇ ਹਾਂ, ਤੂੰ ਆਪਦੀ ਐਡਮਿਨਿਸਟ੍ਰੇਸ਼ਨ 'ਚ ਤਿਆਰੀ ਕਰ ਲਾ, ਪਰ ਕਹਿੰਦਾ ਮੈਨੂੰ ਕਹਿੰਦੇ ਵੀ IB ਦੇ ਹੈਡ ਦੇ ਮੂਹਰੇ ਨਹੀਂ ਇਹ ਗੱਲ ਕਰਨੀ। ਇਹ ਉਹਦੀਆਂ ਲਿਖੀਆਂ ਹੋਈਆਂ ਗੱਲਾਂ ਨੇ। ਇੱਕ ਹੋਰ ਮੈਂ ਲਗਾਤਾਰ ਉੱਥੇ ਜਾ ਕੇ ਗੱਲ ਕਹੀ ਉਹ ਸਾਰੇ ਅਫਸਰਾਂ ਕੋਲ ਵੀ ਸਿੱਖਾਂ ਦਾ ਹਿੰਦੂਆਂ ਦੇ ਨਾਲ ਕੋਈ ਰੌਲਾ ਨਹੀਂ ਹੈ, ਹਿੰਦੂਆਂ ਦੇ ਨਾਲ ਸੰਤ ਜਰਨੈਲ ਸਿੰਘ ਜਾਂ ਅਕਾਲੀ ਦਲ ਦੀ ਕੋਈ ਨਫ਼ਰਤ ਨਹੀਂ ਹੈ। ਉਹਨਾਂ ਦੇ ਪੋਲੀਟੀਕਲ ਇਸ਼ੂ ਆ ਅਤੇ ਉਹਨਾਂ ਦੀ ਜਿਹੜੀ ਇੱਕ ਖੁਦ ਮੁਖਤਿਆਰੀ ਦੀ ਅਨੰਦਪੁਰ ਸਾਹਿਬ ਦੇ ਮਤੇ ਦੇ ਰਾਹੀਂ ਉਹ ਆਪਣੀ ਆਸ ਉਮੰਗ ਜ਼ਾਹਰ ਕਰਦੇ ਆ, ਉਹ ਪੋਲੀਟੀਕਲ ਮੰਗ ਹੈ ਅਤੇ ਉਹਨਾਂ ਨੂੰ ਪੋਲੀਟੀਕਲੀ ਇਸ ਮਸਲੇ ਲਈ ਸੁਣਨਾ ਚਾਹੀਦਾ, ਹੱਲ ਕਰਨਾ ਚਾਹੀਦਾ। ਕਹਿੰਦਾ ਮੈਨੂੰ ਇੱਕੋ ਹੀ ਜਵਾਬ ਦਿੰਦੇ ਸੀਗੇ, ਇੱਕੋ ਹੀ ਇੱਕ ਅੰਗਰੇਜ਼ੀ ਦਾ ਮੁਹਾਵਰਾ ਸੁਣਾ ਦਿੰਦੇ ਸੀਗੇ ਵੀ ਕਾਲ ਏ ਡੌਗ ਮੈਡ ਦੈਨ ਕਿਲ ਹਿਮ, ਵੀ ਕੁੱਤੇ ਨੂੰ ਪਹਿਲਾਂ ਹਲਕਿਆ ਹੋਇਆ ਸਾਬਤ ਕਰੋ ਫਿਰ ਉਹਨੂੰ ਮਾਰ ਦਿਓ। ਇਹ ਉਹਦੇ ਆਪ ਦਾ ਲਿਖਿਆ ਹੋਇਆ ਮੁਹਾਵਰਾ, ਪਾਂਡੇ ਦੀ ਆਪ ਦੀ ਕਿਤਾਬ। ਉਹ ਕਿਉਂ ਆਪਾਂ ਨੂੰ ਅਪਰਾਧੀ ਜਾਂ ਆਪਣੇ 'ਤੇ ਦੂਸ਼ਣਬਾਜ਼ੀ ਕਿਉਂ ਲਾ ਰਹੇ ਸੀਗੇ? ਕਿਉਂਕਿ ਉਹਨਾਂ ਦੀਆਂ ਪਲਾਨ ਸੀਗੀ ਕਿ ਇਹ ਸਾਰਾ ਕੁਛ ਇਹਨਾਂ ਨੂੰ ਸਾਬਤ ਕਰਕੇ ਇਹਨਾਂ 'ਤੇ ਇੱਕ ਜ਼ਖਮ ਦੇਣਾ। ਤੋ ਇਸ ਕਰਕੇ ਇਹ ਜ਼ਖਮ ਦੇਣ ਦੀ ਜਿਹੜੀ ਉਹਨਾਂ ਦੀ ਸਾਜ਼ਿਸ਼ ਕਹਿ ਲਓ, ਯੋਜਨਾ ਕਹਿ ਲਓ, ਉਹ ਇਸ ਕਰਕੇ ਸੀਗੀ ਕਿ ਜਿਹੜੀ ਸਿੱਖਾਂ ਦੀ ਕਪੈਸਿਟੀ ਆ ਇਸ ਦਿੱਲੀ ਤਖਤ ਦੇ ਵਿਰੁੱਧ, ਜੋ ਅਕਾਲ ਤਖਤ ਸਾਹਿਬ ਦੀ ਇੱਕ ਸਿਧਾਂਤ ਹੈ, ਇੱਕ ਸਮਰੱਥਾ ਹੈ, ਉਹਨੂੰ ਖਤਮ ਕਰਨ ਦੀ ਸੀਗੀ। ਹੁਣ ਅਕਾਲ ਤਖਤ ਸਾਹਿਬ ਦੀ ਸਮਰੱਥਾ ਜਾਂ ਸਿਧਾਂਤ ਅਤੇ ਦਿੱਲੀ ਦਾ ਸਮਰੱਥਾ ਅਤੇ ਸਿਧਾਂਤ ਕਿਆ ਹੈ, ਉਹ ਸਮਝਣਾ ਆਪਣੇ ਲਈ ਬਹੁਤ ਜ਼ਰੂਰੀ, ਤਾਂ ਸਾਨੂੰ ਆਪਣਾ ਭਵਿੱਖ ਦਿਸਣਾ ਹੈ। ਅਕਾਲ ਤਖਤ ਸਾਹਿਬ ਤੋਂ ਜੋ ਸਾਨੂੰ ਸਿਧਾਂਤ ਜਾਂ ਗੁਰਮਤਿ ਤੋਂ ਜੋ ਸਾਨੂੰ ਸਿਧਾਂਤ ਮਿਲਦਾ ਹੈ, ਉਹ ਸਰਬੱਤ ਦੇ ਭਲੇ ਦਾ ਮਿਲਦਾ ਹੈ। ਉਹ ਇਸ ਸਮਾਜ ਨੂੰ ਸਾਂਝੀਵਾਲਤਾ ਵਾਲਾ ਸਮਾਜ ਬਣਾਉਣ ਦੇ ਲਈ, ਉਹ ਪਿਆਰ 'ਤੇ ਆਧਾਰਿਤ ਸਮਾਜ ਬਣਾਉਣ ਦੇ ਲਈ, ਉਹ ਬਰਾਬਰਤਾ 'ਤੇ ਆਧਾਰਿਤ ਸਮਾਜ ਬਣਾਉਣ ਦੇ ਲਈ ਇੱਕ ਬੇਗਮਪੁਰਾ ਇਸ ਜਹਾਨ ਨੂੰ ਬਣਾਉਣ ਦਾ ਸਾਨੂੰ ਹੋਕਾ ਮਿਲਿਆ। ਸਾਨੂੰ ਰਾਜ ਨੂੰ ਨਿਆਂਪੂਰਨ ਬਣਾਉਣ ਦੇ ਲਈ, ਆਜ਼ਾਦੀ ਜਿਹਦੇ ਵਿੱਚ ਹਰੇਕ ਨੂੰ ਸਵੈ ਨਿਰਣੇ ਦਾ ਹੱਕ ਹੋਵੇ, ਹੰਨੇ ਹੰਨੇ ਮੀਰੀ ਹੋਏ, ਬਿਲਕੁਲ ਹੇਠਲੇ ਪੱਧਰ ਤੱਕ ਖੁਦ ਮੁਖਤਿਆਰੀ ਹੋਏ, ਐਸੀ ਉਸ ਇੱਕ ਆਦਰਸ਼ ਰਾਜ ਦੀ ਰੂਪ ਰੇਖਾ ਹੈ ਸਿੱਖ ਇਤਿਹਾਸ ਦੇ ਵਿੱਚ, ਗੁਰੂ ਗ੍ਰੰਥ ਸਾਹਿਬ ਦੇ ਵਿੱਚ, ਜਿਹੜੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਚਾਰੀ ਅਤੇ ਅਮਲ 'ਚ ਲਿਆਂਦੀ ਗਈ। ਉਸ ਹਲੇਮੀ ਰਾਜ ਦੀ ਇੱਕ ਸੰਕਲਪ ਅਤੇ ਸਮਰੱਥਾ ਹੈ। ਅਤੇ ਅਕਾਲ ਤਖਤ ਸਾਹਿਬ ਤੋਂ ਖਾਲਸਾ ਜੀ ਦਾ ਬੋਲਬਾਲਾ ਕਰਨ ਦੀ ਇੱਕ ਸਾਨੂੰ ਮਹਾਰਾਜ ਨੇ ਹੋਕਾ ਦਿੱਤਾ, ਇੱਕ ਫਰਜ਼ ਦਿੱਤਾ। ਅਤੇ ਇਹਦੇ ਉਲਟ ਜੋ ਦਿੱਲੀ ਦਾ ਤਖਤ ਹੈ, ਉਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕਦੇ ਨਹੀਂ ਹੋਈ, ਚਾਹੇ ਉਹ ਮੁਗਲਾਂ ਦਾ ਸਮਾਂ ਸੀਗਾ, ਚਾਹੇ ਉਹ ਬ੍ਰਿਟਿਸ਼ ਦਾ ਸਮਾਂ ਸੀਗਾ, ਚਾਹੇ ਹੁਣ ਵਿਪਰ ਸੰਸਕਾਰੀ ਜਿਹੜੇ ਲੋਕ ਉਹਨਾਂ ਦਾ ਸਮਾਂ ਹੈ। ਉਹਦੇ ਵਿੱਚ ਉਹ ਆਪਣਾ ਅਤੇ ਆਪਣੇ ਵਰਗਿਆਂ ਦਾ ਹੀ ਫਾਇਦਾ ਕਰਨ ਤੱਕ, ਉਹਨਾਂ ਦਾ ਭਲਾ ਕਰਨ ਤੱਕ ਦੀ ਗੱਲ ਕਰਦੇ ਆ। ਦੂਜੇ ਚਾਹੇ ਵਖਰੇਵੇਂ ਸਾਡੇ ਧਰਮ ਕਰਕੇ ਹੋਣ, ਚਾਹੇ ਜਾਤ ਕਰਕੇ ਹੋਣ, ਚਾਹੇ ਬੋਲੀ ਕਰਕੇ ਹੋਣ, ਚਾਹੇ ਸੱਭਿਆਚਾਰ ਕਰਕੇ ਹੋਣ, ਕਿਸੇ ਨੂੰ ਬਰਾਬਰਤਾ ਦਾ ਉੱਥੇ ਹੱਕ ਨਹੀਂ ਮਿਲਦਾ। ਤਾਂ ਨਾ ਉੱਥੇ ਜਿੱਥੇ ਬਰਾਬਰਤਾ ਨਹੀਂ ਹੈ, ਉੱਥੇ ਨਾ ਪਿਆਰ ਉਪਜ ਸਕਦਾ, ਨਾ ਸਾਂਝੀਵਾਲਤਾ ਉਪਜ ਸਕਦੀ। ਅਤੇ ਜੇ ਤੁਸੀਂ ਦੂਸਰੇ ਦੀ ਹੋਂਦ ਨੂੰ ਮੰਨੋਗੇ ਹੀ ਨਹੀਂ, ਜਿਸ ਤਰ੍ਹਾਂ ਆਪਣੇ ਨਾਲ ਹੋ ਰਿਹਾ ਕਿ ਅੱਜ ਵੀ ਕਾਨੂੰਨਨ ਤੌਰ ਦੇ ਉੱਤੇ ਤੁਸੀਂ ਸਿੱਖ ਨਹੀਂ ਹੋ, ਕਾਨੂੰਨ ਤਾਂ ਤੁਹਾਨੂੰ ਹਿੰਦੂ ਹੀ ਮੰਨਦਾ। ਅਤੇ ਇਸੇ ਕਰਕੇ ਜਦੋਂ ਤੁਹਾਡੀ ਪਛਾਣ ਨੂੰ ਹੀ ਨਹੀਂ ਮੰਨਦਾ, ਤਾਂ ਤੁਹਾਡੀਆਂ ਸੰਸਥਾਵਾਂ ਅਤੇ ਤੁਹਾਡੀਆਂ ਜਥੇਬੰਦੀਆਂ ਨੂੰ ਨਹੀਂ ਮੰਨਦਾ। ਜਿਸ ਤਰ੍ਹਾਂ ਹੁਣ ਪਟਨਾ ਸਾਹਿਬ ਵਾਲੇ ਕੇਸ 'ਚ ਹੋ ਰਿਹਾ ਹੈ ਕਿ ਪਟਨਾ ਸਾਹਿਬ ਦੇ ਕੇਸ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ, ਉੱਥੋਂ ਦਾ ਜਿਹੜਾ ਜਥੇਦਾਰ ਹੈ, ਇੱਥੋਂ ਦੇ ਪੰਜਾਂ ਸਿੰਘਾਂ ਨੇ ਰਲ ਕੇ ਉਸ ਨੂੰ ਲਾ ਦਿੱਤਾ, ਉਹਦੀ ਜਗ੍ਹਾ ਨਵਾਂ ਜਥੇਦਾਰ ਲਾ ਦਿੱਤਾ ਹੈ। ਉਹ ਜਥੇਦਾਰ ਕੇਸ ਨੂੰ ਉੱਥੇ ਦੇ ਸੈਸ਼ਨ ਕੋਰਟ 'ਚ ਲੈ ਗਿਆ, ਅਤੇ ਉੱਥੋਂ ਦਾ ਜਿਹੜਾ ਸੈਸ਼ਨ ਦਾ ਜੱਜ ਹੈ,
ਉਹ ਕਹਿੰਦਾ ਵੀ ਅਕਾਲ ਤਖਤ ਸਾਹਿਬ ਦੇ ਪੰਜ ਸਿੰਘ ਕੌਣ ਹੁੰਦੇ ਨੇ? ਇਹ ਤਾਂ ਇੱਕ ਪ੍ਰਾਈਵੇਟ ਲੋਕ ਨੇ, ਪ੍ਰਾਈਵੇਟ ਲੋਕ ਸਰਕਾਰ ਦੇ ਕੰਮ 'ਚ ਦਖਲ ਹੀ ਨਹੀਂ ਦੇ ਸਕਦੇ। ਉਹਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਦਾ ਫੈਸਲਾ ਰੱਦ ਕਰ ਦਿੱਤਾ। ਹੁਣ ਤੁਸੀਂ ਸਿੱਖ ਨੂੰ ਕਿਸੇ ਨੂੰ ਪੁੱਛ ਕੇ ਦੱਸੋ ਵੀ ਇੱਕ ਸੈਸ਼ਨ ਜੱਜ ਵੱਡਾ ਕਿ ਜਥੇਦਾਰ ਅਕਾਲ ਤਖਤ ਵੱਡਾ? ਸਿੱਖ ਤਾਂ ਇਹੀ ਕਹੂਗੇ ਜਥੇਦਾਰ ਅਕਾਲ ਤਖਤ ਵੱਡਾ। ਪਰ ਕਿਉਂ ਨਹੀਂ ਮੰਨਿਆ ਜਾਂਦਾ? ਕਿਉਂਕਿ ਇੰਡੀਆ ਅਕਾਲ ਤਖਤ ਨੂੰ ਨਹੀਂ ਮੰਨਦਾ। ਇੰਡੀਆ ਅਕਾਲ ਤਖਤ ਨੂੰ ਕਿਉਂ ਨਹੀਂ ਮੰਨਦਾ? ਕਿਉਂਕਿ ਉਹ ਤੁਹਾਡੀ ਪਛਾਣ ਨੂੰ ਹੀ ਨਹੀਂ ਮੰਨਦਾ। ਇੰਡੀਆ ਦੇ ਕਾਨੂੰਨ ਦੇ ਵਿੱਚ ਤਾਂ ਅੱਜ ਵੀ ਤੁਸੀਂ ਜਿਹੜੀ ਧਾਰਾ 25 ਹੈ ਉਹਦੀ 2B ਗਾਹਾਂ ਅਗਲੀ ਐਕਸਪਲੇਨੇਸ਼ਨ ਹੈ, ਉਹ 'ਚ ਤੁਸੀਂ ਹਿੰਦੂ ਹੀ ਆ। ਸੋ ਇਸ ਕਰਕੇ ਇੱਥੇ ਜਦੋਂ ਤੁਹਾਡੀ ਹੋਂਦ ਨਹੀਂ ਮੰਨੀ ਜਾਣੀ ਤਾਂ ਤੁਹਾਨੂੰ ਬਰਾਬਰੀ ਕਿੱਥੋਂ ਮਿਲਣੀ? ਜੇ ਬਰਾਬਰੀ ਨਹੀਂ ਹੈ ਤਾਂ ਨਿਆਂ ਦਾ ਤਾਂ ਕੋਈ ਮਤਲਬ ਹੀ ਨਹੀਂ ਰਹਿ ਗਿਆ। ਸੋ ਇਸ ਕਰਕੇ ਇਸ ਜੋ ਚੱਲ ਰਿਹਾ ਪ੍ਰਬੰਧ ਹੈ, ਇਸ ਪ੍ਰਬੰਧ ਨੂੰ ਜੇ ਤੁਸੀਂ ਦੇਖੋਗੇ ਤਾਂ ਇਹਦੇ ਵਿੱਚ ਤੁਹਾਡੀ ਇਸ ਪ੍ਰਬੰਧ ਦੇ ਖਿਲਾਫ ਸਟਰਗਲ ਪੱਕੀ। ਅਤੇ ਹੁਣ ਸਾਡਾ ਆਖਰੀ ਨੁਕਤਾ ਮੈਂ ਕਹਿ ਕੇ ਖਿਮਾ ਲੈਣੀ ਕਿ ਭਵਿੱਖ ਕਿਸ ਤਰ੍ਹਾਂ ਦਾ। ਇਸ ਹਮਲੇ ਤੋਂ ਪਹਿਲਾਂ ਇੱਥੇ ਹਰੇਕ ਨੂੰ ਖੁਦਮੁਖਤਿਆਰੀ ਦਾ ਹੱਕ ਮਿਲੇ, ਹਰੇਕ ਨੂੰ ਨਿਆਂ ਮਿਲੇ, ਹਰੇਕ ਨੂੰ ਬਰਾਬਰੀ ਮਿਲੇ, ਇੱਥੇ ਇੱਕ ਸਾਂਝੀ ਬਾਲਤਾ ਵਾਲਾ ਸਮਾਜ ਸਿਰਜਿਆ ਜਾਏ, ਪੰਜਾਬ ਦੇ ਲੋਕਾਂ ਨੂੰ ਖੁਦਮੁਖਤਿਆਰੀ ਮਿਲੇ, ਇਸ ਗੱਲ ਦੇ ਉੱਤੇ ਸਟਰਗਲ ਹੋਈ। ਅਤੇ ਉਸ ਸਟਰਗਲ ਦਾ ਇੱਕ ਬੁਨਿਆਦੀ ਨੁਕਤਾ ਸੀਗਾ ਅਨੰਦਪੁਰ ਸਾਹਿਬ ਦਾ ਮਤਾ, ਕਿ ਉਸ ਮਤੇ ਦੇ ਨਾਲ ਸਾਨੂੰ ਘੱਟੋ ਘੱਟ ਪੰਜਾਬ ਦਾ ਜਿਹੜਾ ਇਹ ਇੱਕ ਭੂਗੋਲਿਕ ਖਿੱਤਾ ਹੈ ਇਹਦੇ ਵਿੱਚ ਆਪਣੇ ਫੈਸਲੇ ਆਪ ਲੈਣ ਦਾ ਹੱਕ ਮਿਲ ਜਾਏ, ਜਿਹੜਾ ਯੂਨਾਈਟਿਡ ਨੇਸ਼ਨ ਹਰੇਕ ਦੁਨੀਆ ਦੇ ਸ਼ਹਿਰੀ ਨੂੰ ਦਿੰਦਾ ਸੈਲਫ ਡਿਟਰਮੀਨੇਸ਼ਨ ਦਾ। ਪਰ ਨਤੀਜਾ ਇਹ ਹੋਇਆ ਕਿ ਉਦੋਂ ਇਹ ਇੱਕ ਮੰਗ ਸੀਗੀ, ਇੱਕ ਰਿਆਇਤ ਲੈਣੀ ਸੀਗੀ, ਉਹ ਰਿਆਇਤ ਨਹੀਂ ਮਿਲੀ ਹੈ, ਉਲਟਾ ਤੁਹਾਡੀ ਸੁਰਤ ਦਾ ਜ਼ਖਮ ਮਿਲਿਆ ਜਿਹੜਾ ਸਦਾ ਰਿਸਣਾ, ਸਦਾ ਰਿਸਣਾ ਜਿਹੜਾ। ਇਸ ਤਰ੍ਹਾਂ ਵੱਡੇ ਘੱਲੂਘਾਰੇ ਛੋਟੇ ਘੱਲੂਘਾਰੇ ਨੂੰ ਅੱਜ ਵੀ ਅਸੀਂ ਯਾਦ ਕਰਨੇ ਆ, ਆਪਣੀਆਂ ਸ਼ਹਾਦਤਾਂ, ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਨੂੰ, ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ, ਗੁਰੂ ਤੇਗ ਬਹਾਦਰ ਪਾਤਸ਼ਾਹ ਦੀ ਸ਼ਹਾਦਤ ਨੂੰ, ਜਿਹੜੇ ਸਾਡੀ ਸੁਰਤ ਦੇ ਜ਼ਖਮ ਨੇ ਉਹਨਾਂ ਨੂੰ ਅੱਜ ਵੀ ਯਾਦ ਕਰਦੇ ਆ। ਇਹ ਇਸ ਤਰ੍ਹਾਂ ਦਾ ਜ਼ਖਮ ਮਿਲਿਆ ਰਿਆਇਤ ਲੈਣ ਗਿਆ ਨੂੰ। ਤੋ ਇਸੇ ਕਰਕੇ ਸੰਤ ਜੀ ਨੇ ਕਹਿ ਦਿੱਤਾ ਸੀਗਾ ਕਿ ਜੇ ਅੱਜ ਅਸੀਂ ਆਪਣਾ ਹੱਕ ਮੰਗ ਰਹੇ ਹਾਂ, ਆਪਣਾ ਹੱਕ ਮੰਗਦਿਆਂ ਦੇ ਉੱਤੇ ਕੋਈ ਹਮਲਾਵਰ ਹੋ ਜਾਏ, ਉਹਦੇ ਘਰ ਦੇ ਉੱਤੇ ਜਾ ਕੇ ਉਹਦੀ ਹੋਂਦ ਨੂੰ ਹੀ ਖਤਮ ਕਰਨ 'ਤੇ ਤੁਲ ਜਾਏ, ਤਾਂ ਫਿਰ ਗੱਲ ਹੱਕਾਂ ਦੀ ਰਹਿਣੀ ਹੈ, ਫਿਰ ਰਿਆਇਤਾਂ ਦੀ ਗੱਲ ਨਹੀਂ ਰਹਿਣੀ, ਫਿਰ ਗੱਲ ਆਜ਼ਾਦੀ 'ਤੇ ਜਾਣੀ। ਇਸੇ ਕਰਕੇ ਉਹ ਕਹਿੰਦੇ ਸੀਗੇ ਕਿ ਜਿਸ ਦਿਨ ਹਮਲਾ ਹੋਇਆ ਉਸ ਦਿਨ ਖਾਲਿਸਤਾਨ ਦੀ ਨੀਂਹ ਰੱਖੀ ਜਾਣੀ। ਇਸ ਨੁਕਤੇ ਦਾ ਇੰਨਾ ਹੀ ਮਤਲਬ ਹੈ ਕਿ ਹੁਣ ਗੱਲ ਰਿਆਇਤਾਂ ਦੀ ਨਹੀਂ ਹੈ, ਹੁਣ ਗੱਲ ਆਜ਼ਾਦੀ ਦੀ ਹੈ, ਹੁਣ ਗੱਲ ਸੁਤੰਤਰਤਾ ਦੀ ਹੈ, ਸੁਤੰਤਰ ਵਿਚਰਨ ਦੀ ਹੈ। ਸੁਰਤ ਦੇ ਪੱਧਰ 'ਤੇ ਨਾਲ ਨਾਲ ਦੁਨਿਆਵੀ ਪੱਧਰ 'ਤੇ ਵੀ, ਸਰੀਰ ਦੇ ਪੱਧਰ 'ਤੇ ਵੀ, ਅਤੇ ਕਮਿਊਨਿਟੀ ਦੇ ਪੱਧਰ 'ਤੇ ਵੀ ਇਸ ਖਿੱਤੇ ਦੇ ਵਿੱਚ ਸੁਤੰਤਰ ਵਿਚਰਨ ਦੀ, ਆਪਣੀ ਬਾਦਸ਼ਾਹਤ ਕਾਇਮ ਕਰਨ ਦੀ ਗੱਲ। ਸੋ ਇਸ ਸ਼ਹਾਦਤ ਨੇ ਉਸ ਰਸਤੇ ਦੇ ਉੱਤੇ ਚਾਨਣ ਪਾਇਆ ਜਿੱਥੇ ਦੋ ਰਸਤੇ ਸੀਗੇ। ਇੱਕ ਧਿਰ ਸਿੱਖਾਂ ਦੇ ਵਿੱਚੋਂ ਇਸ ਇੰਡੀਅਨ ਪੋਲੀਟੀਕਲ ਸਿਸਟਮ ਦੇ ਰਾਹੀਂ ਜੋ ਕੁਝ ਵੀ ਫਾਇਦਾ ਮਿਲ ਸਕਦਾ ਉਹਦੀ ਗੱਲ ਕਰਦੀ ਸੀਗੀ। ਦੂਸਰੇ ਪਾਸੇ ਜਿਨ੍ਹਾਂ ਨੂੰ ਇਹ ਲੱਗਦਾ ਸੀਗਾ ਕਿ ਇਹ ਛਲਾਵਾ ਹੈ, ਇਹਦੇ ਵਿੱਚੋਂ ਕੋਈ ਸਹੂਲਤ, ਕੋਈ ਰਿਆਇਤ ਨਹੀਂ ਮਿਲਣੀ ਹੈ, ਉਹ ਅੱਜ 38 ਸਾਲ ਤੋਂ ਬਾਅਦ ਸਾਰਿਆਂ ਦੇ ਸਾਹਮਣੇ ਕਿ ਕਿਹੜੀ ਰਿਆਇਤ ਮਿਲੀ, ਕਿਹੜੀ ਸਹੂਲਤ ਮਿਲੀ। ਸਾਡੇ ਸਾਰੇ ਹੀ ਮਸਲੇ, ਚਾਹੇ ਉਹ ਦਰਿਆਈ ਪਾਣੀ ਦਾ ਮਸਲਾ ਹੈ, ਚਾਹੇ ਉਹ ਜ਼ਮੀਨੀ ਪਾਣੀ ਦਾ ਮਸਲਾ ਹੈ, ਚਾਹੇ ਉਹ ਖੇਤੀ ਦਾ ਮਸਲਾ ਹੈ, ਚਾਹੇ ਵਿੱਦਿਆ ਦਾ ਮਸਲਾ ਹੈ, ਚਾਹੇ ਉਹ ਬੋਲੀ ਦਾ ਮਸਲਾ ਹੈ, ਚਾਹੇ ਇਨਸਾਫ ਦਾ ਮਸਲਾ, ਕੋਈ ਵੀ ਮਸਲਾ ਮੰਨ ਲਓ, ਉਹ ਪਹਿਲਾਂ ਹੀ ਵੱਧ ਤੋਂ ਬੱਤਰ ਹੋਇਆ ਅਤੇ ਪਹਿਲਾਂ ਤੋਂ ਇੰਨਾ ਜ਼ਿਆਦਾ ਪੇਚੀਦਾ ਹੋਇਆ ਕਿ ਜਿਹਦੇ ਕਿਸੇ ਹੱਲ ਹੋਣ ਦੇ ਰਾਹ ਨਹੀਂ ਲੱਭ ਰਹੇ। ਸੋ ਅੱਜ ਉਹਨਾਂ ਸ਼ਹੀਦਾਂ ਨੇ ਉਹ ਜਿਹੜੀ ਇੱਕ ਰੌਸ਼ਨੀ ਪਾਈ ਸੀਗੀ, ਰਸਤਾ ਦਿਖਾਇਆ ਸੀਗਾ ਕਿ ਭਾਈ ਇਹ ਰਿਆਇਤਾਂ ਵਾਲੇ ਲੜਾਈ ਦੀ ਹੱਦ ਹੋ ਗਈ ਹੈ, ਮੁੱਕ ਗਈ ਹੈ, ਅਤੇ ਦੂਜੇ ਪਾਸੇ ਜਾਣਾ। ਤਾਂ ਉਹ ਉਹਨਾਂ ਨੇ ਸ਼ਹਾਦਤ ਦੇ ਨਾਲ ਰਸਤਾ ਦਿਖਾ ਦਿੱਤਾ। ਅਤੇ ਹੁਣ ਜੋ ਅੱਜ ਦਾ ਸਮਾਂ ਉਹ ਆਪਣੇ ਸਾਰਿਆਂ ਦੇ ਲਈ ਬਹੁਤ ਧੀਰਜ ਦੇ ਨਾਲ, ਗੰਭੀਰਤਾ ਦੇ ਨਾਲ ਸੋਚਣ ਦਾ ਮਸਲਾ ਹੈ। ਜਦੋਂ ਅਸੀਂ 38ਵਾਂ ਘੱਲੂਘਾਰਾ ਮਨਾ ਰਹੇ ਹਾਂ, ਇਹ ਸਿੱਖਾਂ ਦੇ ਲਈ ਬਹੁਤ ਅਹਿਮ ਇੱਕ ਡਿਫਾਈਨਿੰਗ ਮੂਵਮੈਂਟ ਨੇ। ਇਹ ਤੋਂ ਦੁਬਾਰਾ ਹੁਣ ਸਿੱਖਾਂ ਦੀ
ਜਿਹੜੀ ਮਾਰਗ ਦਿਸ਼ਾ ਉਹ ਤੈਅ ਹੋਣੀ, ਮਾਰਗ ਸੇਧ ਤੈਅ ਹੋਣੀ। ਇਸ ਵਕਤ ਆ ਕੇ ਦਿੱਲੀ ਦਰਬਾਰ ਨੂੰ ਦੁਆਰਾ ਇਸ ਗੱਲ ਦਾ ਭਰਪੂਰ ਅਹਿਸਾਸ ਹੋ ਚੁੱਕਾ ਹੈ ਕਿ ਅੱਜ ਵੀ ਸਿੱਖਾਂ ਦੇ ਕੋਲ ਉਹ ਸਮਰੱਥਾ ਕਾਇਮ ਹੈ ਕਿ ਉਹ ਇੰਡੀਆ ਦੇ ਹਰੇਕ ਦੱਬੇ ਕੁਚਲੇ ਦੀ ਅਗਵਾਈ ਕਰ ਸਕਦਾ। ਜੋ ਇਹ ਕਿਸਾਨੀ ਐਜੀਟੇਸ਼ਨ ਹੋਇਆ ਹੈ ਉਹਦੇ ਰਾਹੀਂ ਸਿੱਖਾਂ ਨੇ ਸਾਬਤ ਕਰ ਦਿੱਤਾ ਦੁਆਰਾ। ਉਹਦੀ ਲੀਡਰਸ਼ਿਪ 'ਤੇ ਨਾ ਜਾਓ, ਉਹਦੇ ਵਿੱਚ ਜਿਹੜਾ ਉਹਦੇ ਆਮ ਲੋਕਾਂ ਦਾ ਅਹਿਸਾਸ ਸੀਗਾ ਅਤੇ ਜਿਸ ਤਰ੍ਹਾਂ ਆਮ ਲੋਕ ਲੜੇ ਉਹਨਾਂ ਨੇ ਸਾਬਤ ਕਰ ਦਿੱਤਾ। ਅਤੇ ਉਹਦੇ ਸਦਕਾ ਉਹਨਾਂ ਨੇ ਸਿੱਖਾਂ ਨੂੰ ਦੁਬਾਰਾ ਬਹੁਤ ਸੀਰੀਅਸਲੀ ਡੀਲ ਕਰਨਾ ਸ਼ੁਰੂ ਕਰ ਲਿਆ, ਜਿਹਦੇ ਨਤੀਜੇ ਆਪਾਂ ਪਿਛਲੇ ਸਾਲ ਗੱਲ ਕਰਦੇ ਸੀਗੇ ਅਤੇ ਉਹ ਆਉਣੇ ਸ਼ੁਰੂ ਹੋ ਗਏ ਨੇ। ਅਤੇ ਪਿਛਲੀ ਵਾਰੀ ਨਾਲੋਂ ਸਾਡੀ ਗੁੰਝਲਦਾਰ ਸਥਿਤੀ ਹੋਰ ਜ਼ਿਆਦਾ ਹੈ। ਪਿਛਲੀ ਵਾਰ ਸਾਡੇ ਕੋਲ ਤਾਕਤ ਅਤੇ ਜਥੇਬੰਦੀਆਂ ਸੀਗੀਆਂ ਜਿਨ੍ਹਾਂ ਦੀ ਕੁਛ ਵਿਸ਼ਵਾਸਯੋਗਤਾ ਸੀਗੀ। ਅੱਜ ਸਿੱਖਾਂ ਦੇ ਕੋਲ ਨਾ ਤਖਤ ਦੀ ਉਹ ਵਿਸ਼ਵਾਸਯੋਗਤਾ ਹੈ ਕਿ ਜਿੱਥੇ ਸਾਰੇ ਸਿੱਖ ਇਕੱਠੇ ਬੈਠ ਸਕਣ, ਨਾ ਕੋਈ ਜਥੇਬੰਦੀ ਆ ਜਿਹਦੀ ਇਹ ਵਿਸ਼ਵਾਸਯੋਗਤਾ ਜਿਹਦੇ ਰਾਹੀਂ ਸਿੱਖ ਆਪਣੀਆਂ ਆਸਾਂ ਉਮੰਗਾਂ ਜਾਂ ਕੋਈ ਪਲੇਟਫਾਰਮ ਹੀ ਨਹੀਂ ਬਚਿਆ, ਨਾ ਧਾਰਮਿਕ ਜਿਹਦੇ ਰਾਹੀਂ ਸਿੱਖ ਆਪਣੀ ਲੜਾਈ ਲੜ ਸਕਣ। ਸੋ ਇਸ ਕਰਕੇ ਹਾਲਾਤ ਆਪਣੇ ਲਈ ਗੰਭੀਰ ਹੈ। ਪਰ ਨਾਲ ਦੀ ਨਾਲ ਦੂਸਰੇ ਪਾਸੇ ਜਿਸ ਤਰੀਕੇ ਦੇ ਨਾਲ ਆਮ ਲੋਕਾਂ ਨੇ, ਆਮ ਸੰਗਤ ਨੇ ਖਾਲਸੇ ਦੀ ਸਪਿਰਿਟ ਦੇ ਅਨੁਸਾਰ ਆ ਪਿਛਲੇ ਕੁਝ ਸਮਿਆਂ ਦੇ ਵਿੱਚ ਸੰਘਰਸ਼ ਦੇ ਵਿੱਚ ਆਪਣੇ ਜੌਹਰ ਦਿਖਾਏ ਨੇ, ਉਹ ਬਹੁਤ ਇੱਕ ਪੋਜ਼ੀਟਿਵ ਗੱਲ ਹੈ। ਸੋ ਆਪਾਂ ਜਿੱਥੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਉਹਨਾਂ ਦੇ ਰਾਸਤੇ 'ਤੇ ਚੱਲਣ ਦੀ ਅਰਦਾਸ ਕਰੀਏ ਅਤੇ ਨਾਲ ਹੀ ਨਾਲ ਆਪਣੀ ਜਿਹੜੀ ਬੁੱਧ ਵਿਵੇਕ ਹੈ ਉਹਦੇ 'ਤੇ ਵੀ ਥੋੜ੍ਹਾ ਵਜ਼ਨ ਪਾਈਏ ਕਿ ਸਿੱਖਾਂ ਨੇ ਜੇ ਆਉਣ ਵਾਲਾ ਭਵਿੱਖ ਸੁਰੱਖਿਅਤ ਕਰਨਾ ਹੈ ਤਾਂ ਸਿੱਖਾਂ ਨੂੰ 2-3 ਚੀਜ਼ਾਂ ਆਪਣੀਆਂ ਉਭਾਰਨੀਆਂ ਪੈਣੀਆਂ ਨੇ। ਇੱਕ ਕਿ ਸਿੱਖਾਂ ਨੇ ਫੈਸਲੇ ਕਿੱਦਾਂ ਲੈਣੇ ਨੇ। ਅੱਜ ਸਿੱਖਾਂ ਦਾ ਫੈਸਲਾ ਉਹ ਲੈ ਦਿੰਦਾ ਜਿਹੜਾ ਸਟੇਜ ਤੋਂ ਸਭ ਤੋਂ ਉੱਚੀ ਅਤੇ ਸਭ ਤੋਂ ਗਰਮ ਗੱਲ ਕਰਕੇ ਚਲਿਆ ਜਾਏ। ਉਹ ਬਾਕੀ ਦੇਖਦੇ ਰਹਿ ਜਾਂਦੇ ਨੇ ਅਤੇ ਉਹ ਆਪ ਦੀ ਸ਼ੋਹਰਤ ਕਰਕੇ, ਸੋਸ਼ਲ ਮੀਡੀਆ ਦੀ ਕਰਕੇ ਜਾਂ ਕਿਸੇ ਹੋਰ ਕੰਮ ਕਰਕੇ ਤੁਰਦਾ ਬਣਦਾ ਹੈ ਅਤੇ ਉਹਦਾ ਨਤੀਜਾ ਸੰਗਤ ਨੂੰ ਭੁਗਤਣਾ ਪੈਂਦਾ। ਅਤੇ ਉਹਦਾ ਜੋ ਮਹਾਰਾਜ ਨੇ ਤਰੀਕਾ ਦਿੱਤਾ ਸੀਗਾ ਫੈਸਲਾ ਲੈਣ ਦਾ, ਉਹ ਸੰਗਤੀ ਰੂਪ ਦੇ ਵਿੱਚ ਪੰਚ ਪ੍ਰਧਾਨੀ ਪ੍ਰਥਾ ਰਾਹੀਂ ਦਿੱਤਾ ਸੀਗਾ। ਅਤੇ ਆਪਾਂ ਨੂੰ ਉਹ ਲੈ ਕੇ ਆਉਣਾ ਪੈਣਾ। ਅੱਜ ਵੀ ਸਾਡੀਆਂ ਸਟੇਜਾਂ ਤੋਂ ਫੈਸਲੇ ਇਕੱਠਾਂ ਦੇ ਵਿੱਚ ਇੱਦਾਂ ਹੀ ਹੁੰਦੇ ਨੇ ਕਿ ਜਿਹੜਾ ਮਾਈਕ ਤੋਂ ਬੋਲਦਾ, ਜਿਹੜਾ ਵੱਧ ਬੇਸ਼ਰਮੀ ਦੇ ਨਾਲ ਸਭ ਤੋਂ ਤੱਤੀਆਂ ਗੱਲਾਂ ਕਰਦੇ, ਉਹ ਫੈਸਲਾ ਲੈ ਲੈਂਦਾ ਸਾਰਿਆਂ ਦੇ। ਤਾਂ ਇੱਕ ਗੱਲ ਇਹ ਕਿ ਫੈਸਲਾ ਕਿਵੇਂ ਲਿਆ ਜਾਣਾ, ਦੂਸਰਾ ਕਿ ਲੀਡਰ ਕਿਵੇਂ ਬਣਨੇ ਨੇ। ਅੱਜ ਤੱਕ ਸਿੱਖਾਂ ਦੇ ਵਿੱਚ ਇੱਕ ਲੀਡਰ ਬਣਨ ਦੀ ਜਿਹੜੀ ਪ੍ਰਥਾ ਪੈਦਾ ਹੋ ਗਈ ਹੈ ਕਿ ਜਿਹਨੂੰ 4 ਵੋਟਾਂ ਵੱਧ ਪੈ ਜਾਣ ਉਹ ਸਿੱਖਾਂ ਦਾ ਲੀਡਰ ਬਣ ਜਾਂਦਾ। ਸਿੱਖਾਂ ਦੇ ਵਿੱਚ ਤਾਂ ਇੱਦਾਂ ਲੀਡਰ ਨਹੀਂ ਬਣਦੇ ਸੀਗੇ। ਸਿੱਖਾਂ 'ਚ ਤਾਂ ਲੀਡਰ ਘਾਲ ਕਮਾਈ ਦੇ ਨਾਲ, ਸੇਵਾ ਦੇ ਨਾਲ ਬਣਦੇ ਰਹੇ ਅੱਜ ਤੱਕ, ਅਤੇ ਉਹ ਵੀ ਸਾਂਝੀ ਲੀਡਰਸ਼ਿਪ। ਇੱਕ ਵਾਹਦ ਲੀਡਰ ਨੂੰ ਤਾਂ ਸਿੱਖਾਂ ਨੇ ਕਦੇ ਮੰਨਿਆ ਨਹੀਂ ਹੈ। ਤੋ ਆਪਾਂ ਨੂੰ ਇਹ ਵੀ ਗੱਲ ਛੱਡਣੀ ਪੈਣੀ ਹੈ ਕਿ ਸਾਡੇ ਲੀਡਰ ਵੋਟਾਂ ਰਾਹੀਂ ਨਹੀਂ ਬਣਨੇ। ਵੋਟਾਂ ਦਾ ਆਪਾਂ ਨੂੰ ਚੱਲਣ ਪਤਾ ਹੈ ਕਿ ਉੱਥੇ ਪੈਸਾ ਵੀ ਚੱਲਦਾ ਹੈ, ਉੱਥੇ ਅੱਜ ਕੱਲ੍ਹ ਸੋਸ਼ਲ ਮੀਡੀਆ ਦੇ ਰਾਹੀਂ ਇਮੋਸ਼ਨਲੀ ਵੀ ਵਰਗਲਾਇਆ ਜਾਂਦਾ। ਬੜੇ ਢੰਗ ਤਰੀਕੇ ਹੋ ਗਏ ਨੇ ਵੋਟਾਂ ਲੈਣ ਦੇ। ਤੋ ਸਿੱਖਾਂ ਦੇ ਲੀਡਰ ਵੋਟਾਂ ਰਾਹੀਂ ਨਹੀਂ ਬਣਨੇ ਚਾਹੀਦੇ। ਉਹ ਜੋ ਸਿੱਖਾਂ ਘਰ ਦੀ ਰਵਾਇਤ ਹੈ ਘਾਲ ਕਮਾਈ ਦੀ, ਉਹਦੇ 'ਚੋਂ ਨਿਕਲਣੇ ਚਾਹੀਦੇ। ਜੇ ਸਿੱਖ ਇਹ 2 ਚੀਜ਼ਾਂ ਕਰ ਲੈਣਗੇ ਅਤੇ ਤੀਜਾ ਜਥੇਬੰਦ ਹੋਣ ਦਾ ਤਰੀਕਾ। ਅੱਜ ਕੋਈ ਐਸੀ ਵੱਡੀ ਸੰਸਥਾ ਨਹੀਂ ਹੈ, ਵੱਡੀ ਜਥੇਬੰਦੀ ਨਹੀਂ ਹੈ ਜਿਹਦੇ ਵਿੱਚੋਂ ਪੂਰੀ ਦੁਨੀਆ ਦੇ ਸਿੱਖ ਜਿਹਦੇ ਰਾਹੀਂ ਜਥੇਬੰਦ ਹੋ ਸਕਣ। ਤੋ ਅੱਜ ਸਾਨੂੰ ਲੋੜ ਹੈ ਕਿ ਆਪਾਂ ਘੱਟੋ ਘੱਟ ਜੋ ਸਿੱਖਾਂ ਦਾ ਬੁਨਿਆਦੀ ਤਰੀਕਾ ਰਿਹਾ ਜਥੇਬੰਦ ਹੋਣ ਦਾ ਕਿ ਆਪੋ ਆਪਣੇ ਇਲਾਕੇ ਦੀ ਜਿਹੜੀ ਸੰਗਤ ਹੈ ਉਹ ਆਪਣੇ ਆਪ ਸੰਪੂਰਨ ਰੂਪ ਦੇ ਵਿੱਚ ਆਪਣਾ ਜਥਾ ਬਣਾ ਕੇ ਜਥੇਬੰਦ ਹੋਏ। ਕਿਉਂਕਿ ਸਿੱਖਾਂ ਨੇ 2 ਵਕਤ ਜਿਹੜੇ ਸਭ ਤੋਂ ਔਖੇ ਸਮੇਂ ਸਿੱਖਾਂ ਦੇ ਉੱਤੇ ਆਏ, ਇੱਕ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਅਤੇ ਇੱਕ ਜਦੋਂ ਸਿੱਖ ਰਾਜ ਗਿਆ, ਅੰਗਰੇਜ਼ ਆਏ ਨੇ ਉਸ ਤੋਂ ਬਾਅਦ। ਉਹਨਾਂ ਦੋਨਾਂ ਦੇ ਵਕਤ ਸਮੇਂ ਦੀਆਂ ਸਰਕਾਰਾਂ ਨੇ ਸਿੱਖਾਂ ਦੀਆਂ ਜਿਹੜੀਆਂ ਤਖਤ ਹੈ ਉਹਨਾਂ 'ਤੇ ਕਬਜ਼ੇ ਕਰ ਲਏ ਅਤੇ ਜਥੇਬੰਦੀਆਂ ਤੋੜ ਦਿੱਤੀਆਂ। ਅਤੇ 2 ਵਾਰ ਸਿੱਖ ਜਦੋਂ ਜਥੇਬੰਦ ਹੋਏ ਉਹ ਆਪੋ ਆਪਣੇ ਇਲਾਕੇ ਦੇ ਵਿੱਚ ਜਥਿਆਂ ਦੇ ਰੂਪ ਜਥੇਬੰਦ ਹੋਏ ਅਤੇ ਹੌਲੀ ਹੌਲੀ ਉਹ ਜਥੇ 10-20 ਸਾਲ ਦੇ ਵਿੱਚ ਮੁੜ ਕੇ ਉੱਪਰ ਜਾ ਕੇ ਇਕੱਠੇ ਹੋ ਗਏ। ਯਾਨੀ ਕਿ ਟੌਪ ਟੂ ਬਾਟਮ ਅਪਰੋਚ ਦੇ ਨਾਲ ਨਹੀਂ ਚੱਲਿਆ ਜਾਣਾ, ਬਾਟਮ ਟੂ ਟੌਪ, ਥੱਲਿਓਂ ਤਾਂ ਜਾਣਾ ਪੈਣਾ। ਤਾਂ ਜੇ ਇਹ 3 ਗੱਲਾਂ ਸਿੱਖ ਕਰ ਲੈਣਗੇ ਤਾਂ ਜਿੰਨੇ ਹਾਲਾਤ ਇੱਥੇ ਅਨਸਟੇਬਲ ਹੋ ਚੁੱਕੇ ਸਾਰੇ ਖਿੱਤੇ ਦੇ, ਅਤੇ ਉਸ ਵਕਤ ਕੋਈ ਵੀ ਸਿੱਖਾਂ ਨੂੰ ਉਹਨਾਂ ਦਾ ਹੱਕ ਲੈਣ
ਜਾਂ ਬਾਕੀਆਂ ਦੀ ਜੇ ਸਿੱਖ ਧਿਰ ਬਣਨ ਦੀ ਸਮਰੱਥਾ ਸਿੱਖਾਂ ਦੀ, ਉਹ ਤੋਂ ਕੋਈ ਰੋਕ ਨਹੀਂ ਸਕੇਗਾ। ਇਹੀ ਸਾਡੀ ਜਿਹੜੀ ਅਸਲ ਸ਼ਰਧਾਂਜਲੀ ਹੋਏਗੀ ਸ਼ਹੀਦਾਂ ਦੇ ਨਿਮਿਤ। ਸੋ ਇੰਨੀਆਂ ਕੁ ਬੇਨਤੀਆਂ ਨੇ। ਇਹ ਸਾਰੀ ਗੱਲਬਾਤ ਕਰਦੇ ਹਾਂ, ਕੁਛ ਗੱਲਾਂ ਗਲਤ ਕਹਿ ਗਿਆ ਹੋਵਾਂ ਤਾਂ ਸੰਗਤ ਬਖਸ਼ਣਯੋਗ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।